ਮਾਨ ਸਾਹਿਬ ਇੱਥੇ ਬੋਲ ਕੇ ਗਏ ਸੀ, ਬਠਿੰਡੇ ਹੀ ਬੋਲ ਕੇ ਗਏ ਸੀ ਵੀ ਜਿਹੜੇ ਗੋਰੇ ਆਪਣੇ ਇੱਥੇ ਆ ਕੇ ਵੀ ਜੌਬ ਕਰਨਗੇ। ਪਹਿਲਾਂ ਇਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਇੱਥੇ ਆ ਉਹਨਾਂ ਨੂੰ ਤਾਂ ਜੌਬ ਦਿਓ ਜੀ ਤੁਸੀਂ। ਜੌਬ ਕਰਦਾ ਸੀ ਬਹੁਤ ਵਧੀਆ ਪ੍ਰਾਈਵੇਟ ਕੰਪਨੀ 'ਚ, 14 ਸਾਲ ਦੀ ਜੌਬ ਮੈਂ ਛੱਡਤੀ ਸੀਗੀ। ਮੈਂ ਇਸੇ 'ਤੇ ਡਿਪੈਂਡਡ ਹੋ ਗਿਆ ਵੀ ਨਹੀਂ, ਮੈਂ ਪੇਪਰ ਮੇਰਾ ਵਧੀਆ ਹੋ ਗਿਆ। 4,70,000 ਬੱਚੇ ਵਿੱਚੋਂ 23,000 ਨੂੰ ਬੁਲਾਇਆ ਸੀ ਇਹਨਾਂ ਨੇ ਫਿਜ਼ੀਕਲ ਵਾਸਤੇ, ਉਹਦੇ ਵਿੱਚ ਨਾਮ ਆ ਗਿਆ। ਮੈਂ ਕਿਹਾ ਚਲੋ ਆਪਣਾ ਹੱਲ ਹੋ ਜੂ। ਸਾਡੇ ਨਾਲ ਦੇ ਜਿਹੜੇ ਵਿਦਿਆਰਥੀ ਬਾਹਰ ਬੈਠੇ ਆ, ਸਾਡੇ ਕਲਾਸਮੇਟਸ ਬੈਚਮੇਟਸ ਸੀ ਜਿਹੜੇ 4-5 ਸਾਲ ਪਹਿਲਾਂ ਜਾਂ ਹੁਣ ਵੀ ਕੈਨੇਡਾ ਚੱਲ ਗਏ ਆ, ਉਹ ਸਾਨੂੰ ਟੀਚਰਾਂ ਕਰਦੇ ਆ ਜੀ ਅੱਜ ਬੈਠੇ ਕਿ ਤੁਹਾਨੂੰ ਵੀ ਕਿਹਾ ਸੀ ਆ ਜਾਓ ਟਾਈਮ 'ਤੇ ਚੰਗੇ ਰਹੋਗੇ। ਮੁੱਖ ਮੰਤਰੀ ਸਾਹਿਬ ਨੂੰ 4 ਵਾਰ ਮਿਲ ਚੁੱਕੇ ਆ ਜੀ। ਕੀ ਕਹਿੰਦੇ ਆ? ਕਹਿੰਦੇ ਵੀ ਹਾਂ ਹੋ ਰਿਹਾ, ਚੱਲ ਰਿਹਾ ਕੰਮ। ਅਮਨ ਅਰੋੜਾ ਸਾਹਿਬ ਨੂੰ 6-7 ਵਾਰ ਮਿਲ ਚੁੱਕੇ ਆ। ਹਰਪਾਲ ਚੀਮਾ ਸਾਹਿਬ ਨੂੰ, ਵਿੱਤ ਮੰਤਰੀ ਸਾਹਿਬ ਨੂੰ, ਉਹਨਾਂ ਨੂੰ ਵੀ ਮਿਲ ਚੁੱਕੇ ਆਂਗੇ 2 ਵਾਰੀ। ਲੇਕਿਨ ਕੋਈ ਵੇਟਿੰਗ ਲਿਸਟ ਨਹੀਂ ਆਈ, ਕੋਈ ਸੈਕਿੰਡ ਲਿਸਟ ਨਹੀਂ ਆਈ, ਕੋਈ ਕੰਮ ਨਹੀਂ ਹੋਇਆ। ਕਿੰਨਾ ਟਾਈਮ ਹੋ ਗਿਆ ਉਡੀਕ ਕਰਦਿਆਂ ਨੂੰ ਬਾਈ? ਸਾਨੂੰ ਅਸੀਂ 28 ਮਾਰਚ ਦੇ ਲੱਗੇ ਹੋਏ ਆ ਜੀ। ਸਤਿ ਸ਼੍ਰੀ ਅਕਾਲ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ। ਮੈਂ ਹਾਂ ਜਸ ਕਰੇਵਾਲ। ਅੱਜ ਤੁਹਾਡੇ ਰੂਬਰੂ ਪੰਜਾਬ ਦੀ ਲਟਕਦੀ ਜਵਾਨੀ ਕਰਾਂਗੇ, ਜਿਸ ਨੂੰ ਪਿਛਲੀਆਂ ਸਰਕਾਰਾਂ ਨੇ ਲਟਕਾਇਆ ਤੇ ਕੰਮ ਆਹ ਸਰਕਾਰ ਵੀ ਉਹੀ ਕਰ ਰਹੀ ਆ। ਪੁਲਿਸ ਦੀ ਭਰਤੀ ਹੁੰਦੀ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਹੈਗੀ ਆ ਸਰਕਾਰ ਦੇ ਵੇਲੇ, ਤਾਂ ਕੁਝ ਨੌਜਵਾਨ ਜਿਹੜੇ ਆ ਵੇਟਿੰਗ ਲਿਸਟ ਦੇ ਵਿੱਚ ਰੱਖੇ ਜਾਂਦੇ ਆ ਤੇ ਉਹ ਵੇਟਿੰਗ ਲਿਸਟ ਦੇ ਵਿੱਚ ਹਾਲੇ ਤੱਕ ਵੀ ਲਟਕਦੇ ਹੀ ਤੁਰੇ ਫਿਰਦੇ ਆ। ਭਗਵੰਤ ਸਿੰਘ ਮਾਨ ਜਿਹੜੇ ਸੀ ਬੜੇ ਵਾਅਦੇ ਕੀਤੇ ਸੀ, ਬੜਾ ਕੁਝ ਕਿਹਾ ਸੀ ਕਿ ਅਸੀਂ ਪਾਰਦਰਸ਼ਤਾ ਦੇ ਨਾਲ ਜਿਹੜੀਆਂ ਪਿਛਲੀਆਂ ਭਰਤੀਆਂ ਹੋਈਆਂ ਉਹਦੇ ਤਹਿਤ ਨੌਜਵਾਨਾਂ ਨੂੰ ਨੌਕਰੀਆਂ ਦੇਵਾਂਗੇ। ਪਰ ਪਾਰਦਰਸ਼ਤਾ ਕਿਸ ਤਰ੍ਹਾਂ ਦੀ ਆ ਤੁਹਾਨੂੰ ਟੀਵੀ ਸਕਰੀਨ ਦੇ ਉੱਪਰ ਦਿਖਾਵਾਂਗੇ। ਭਗਵੰਤ ਸਿੰਘ ਮਾਨ ਤਾਂ ਇਹ ਕਹਿੰਦੇ ਸੀ ਕਿ ਇੱਕ ਪਾਸੇ ਸਾਡੀ ਜਵਾਨੀ ਜਿਹੜੀ ਬਾਹਰਲੇ ਦੇਸ਼ਾਂ ਦੇ ਵੱਲ ਪ੍ਰਵਾਸ ਕਰਦੀ ਆ, ਉਹਨੂੰ ਆਪਣੇ ਦੇਸ਼ਾਂ ਦੇ ਵੱਲ ਲਿਆਵਾਂਗੇ ਤੇ ਨਾਲੇ ਗੋਰੇ ਵੀ ਪੰਜਾਬ ਦੇ ਵਿੱਚ ਆਉਣਗੇ। ਪਰ ਜੇ ਇੱਦਾਂ ਹੀ ਸਾਡੀ ਜਵਾਨੀ ਜਿਹੜੀ ਅੱਧ ਵਿਚਕਾਰੇ ਲਟਕੂਗੀ ਤਾਂ ਗੋਰਿਆਂ ਦਾ ਤਾਂ ਪਤਾ ਨਹੀਂ, ਸ਼ਾਇਦ 2-4 ਸਾਲਾਂ ਨੂੰ ਇਹ ਜਵਾਨ ਤੁਹਾਨੂੰ ਇੱਥੇ ਵੀ ਨਾ ਮਿਲ। ਪੂਰਾ ਮਾਮਲਾ ਕੀ ਹੈ ਉਹਦੇ ਬਾਬਤ ਗੱਲਬਾਤ ਕਰਾਂਗੇ ਨੌਜਵਾਨਾਂ ਦੇ ਨਾਲ। ਬਾਈ ਜੀ ਕੀ ਨਾਮ ਆ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮੋਹਨਪ੍ਰੀਤ ਸਿੰਘ ਹੈ ਜੀ। ਕੀ ਮਾਮਲਾ ਬਾਈ? ਇਹ ਜਿਹੜੀ ਤੁਸੀਂ ਗੱਲ ਕੀਤੀ ਜੀ ਹੁਣ ਵੀ ਗੋਰੇ ਇੱਥੇ ਨੌਕਰੀ ਕਰਨ ਆਇਆ ਕਰਨਗੇ, ਉਹ ਗੱਲ ਨੂੰ ਅਸੀਂ ਝੂਠਾ ਸਾਬਤ ਕਰ ਦਿਆਂਗੇ। ਉਹਦਾ ਪ੍ਰੂਫ ਆ ਦਿਖਾ ਦਿਓ ਮਾੜਾ ਜਿਹਾ ਜੀ। ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਹਰੇਕ ਭਰਤੀ ਦੇ ਵਿੱਚ ਅਸੀਂ ਵੇਟਿੰਗ ਲਿਸਟ ਜਾਰੀ ਕਰਿਆ ਕਰਾਂਗੇ। ਲੇਕਿਨ ਜੋ ਪੰਜਾਬ ਪੁਲਿਸ ਕਾਂਸਟੇਬਲ 4358 ਦੀ ਜੋ ਭਰਤੀ ਹੋਈ ਹੈ, ਉਹਦੇ ਵਿੱਚ ਲਗਭਗ 32-3300 ਬੱਚੇ ਨੇ ਜੁਆਇਨਿੰਗ ਕੀਤੀ ਹੈ। ਲਗਭਗ 1000 ਦੇ ਕਰੀਬ ਵੈਕੈਂਸੀ ਖਾਲੀ ਹੈ ਜੀ। ਸਾਨੂੰ 10 ਮਹੀਨੇ ਹੋ ਗਏ ਸੈਕਿੰਡ ਲਿਸਟ ਜਾਂ ਵੇਟਿੰਗ ਲਿਸਟ ਦੀ ਮੰਗ ਕਰਦੇ ਹੋਏ, ਪਰ ਹਜੇ ਤੱਕ ਸਰਕਾਰ ਨੇ ਕੋਈ ਪੱਲਾ ਨਹੀਂ ਫੜਾਇਆ। ਹਜੇ ਤਾਂ ਕੋਈ ਪੱਲਾ ਨਹੀਂ ਫੜਾਇਆ। ਹਾਂਜੀ। ਤੇ ਤੁਸੀਂ ਕਿਹਦੇ ਕੋਲੇ ਜਾਏ ਹੁਣ ਤੱਕ? ਜਿਵੇਂ ਹਾਂਜੀ, ਅਸੀਂ ਮੁੱਖ ਮੰਤਰੀ ਸਾਹਿਬ ਨੂੰ 4 ਵਾਰ ਮਿਲ ਚੁੱਕੇ ਹਾਂ ਜੀ। ਕੀ ਕਹਿੰਦੇ ਆ? ਕਹਿੰਦੇ ਵੀ ਹਾਂ ਹੋ ਰਿਹਾ, ਚੱਲ ਰਿਹਾ ਕੰਮ। ਅੱਛਾ। ਔਰ ਇਸ ਤੋਂ ਇਲਾਵਾ ਅਮਨ ਅਰੋੜਾ ਸਾਹਿਬ ਨੂੰ 6-7 ਵਾਰ ਮਿਲ ਚੁੱਕੇ ਹਾਂ। ਹਰਪਾਲ ਚੀਮਾ ਸਾਹਿਬ ਨੂੰ, ਵਿੱਤ ਮੰਤਰੀ ਸਾਹਿਬ ਨੂੰ, ਉਹਨਾਂ ਨੂੰ ਵੀ ਮਿਲ ਚੁੱਕੇ ਆਂਗੇ 2 ਵਾਰੀ। ਲੇਕਿਨ ਕੋਈ ਮਤਲਬ ਇਸ ਮਸਲੇ 'ਤੇ ਹਜੇ ਕੋਈ ਵੇਟਿੰਗ ਲਿਸਟ ਨਹੀਂ ਆਈ, ਕੋਈ ਸੈਕਿੰਡ ਲਿਸਟ ਨਹੀਂ ਆਈ, ਕੋਈ ਕੰਮ ਨਹੀਂ ਹੋਇਆ ਜੀ। ਕਿੰਨਾ ਟਾਈਮ ਹੋ ਗਿਆ ਉਡੀਕ ਕਰਦਿਆਂ ਨੂੰ ਬਾਈ? ਸਾਨੂੰ ਅਸੀਂ 28 ਮਾਰਚ ਦੇ ਲੱਗੇ ਹੋਏ ਹਾਂ ਜੀ। 28 ਮਾਰਚ। ਪੰਜਾਬ ਪੁਲਿਸ ਕਾਂਸਟੇਬਲ ਦੀ ਜਿਹੜੀ ਭਰਤੀ ਸੀ ਇਹਦਾ 8 ਜਨਵਰੀ ਨੂੰ ਰਿਜ਼ਲਟ ਆਇਆ ਸੀਗਾ। ਉਸ ਤੋਂ ਬਾਅਦ 28 ਮਾਰਚ। ਹਾਂਜੀ। ਸਾਲ ਕਿਹੜਾ? ਇਸੇ ਸਾਲ 2022 ਦੇ ਵਿੱਚ ਜੀ। ਔਰ ਜੁਆਇਨਿੰਗ ਹੋਈ ਹੈ 23 ਅਗਸਤ 2022 ਨੂੰ। ਉਸ ਤੋਂ ਬਾਅਦ ਸਾਡਾ ਅਸੀਂ ਡਾਟਾ ਇਕੱਠਾ ਕਰ ਲਿਆ, ਫੋਨ ਕਰ ਇੱਧਰ ਉੱਧਰ ਆਪਣੇ ਐਫਰਟ ਦੇ ਨਾਲ। ਲਗਭਗ 1000 ਵੈਕੈਂਸੀ ਖਾਲੀ ਹੈਗੀ। ਅਸੀਂ ਵਾਰ-ਵਾਰ ਇਹੀ ਮੰਗ ਕਰ ਰਹੇ ਹਾਂ ਵੀ ਤੁਸੀਂ 4358 ਨੂੰ ਪੂਰੇ ਜੁਆਇਨ ਕਰਾ ਦਿਓ ਇੱਕ ਵਾਰ। ਉਸ ਤੋਂ ਬਾਅਦ ਵੇਟਿੰਗ ਲਿਸਟ ਵੀ ਨਾ ਦਿਓ, ਚਾਹੇ 4358 ਪੂਰੇ ਜੁਆਇਨ ਕਰਾ ਦਿਓ। ਮਾਨ ਸਾਹਿਬ ਹਰੇਕ ਸਪੀਚ ਦੇ ਵਿੱਚ ਕਹਿੰਦੇ ਵੀ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ, ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ। ਲੇਕਿਨ ਆਹ ਤੁਹਾਡੇ ਸਾਹਮਣੇ ਬੱਚੇ ਖੜ੍ਹੇ ਨੇ, ਲਗਭਗ 100 ਬੱਚਾ, ਔਰ 1000 ਬੱਚੇ ਨੂੰ ਰੁਜ਼ਗਾਰ ਮਿਲ ਸਕਦਾ ਅਗਰ ਸੈਕਿੰਡ ਲਿਸਟ ਜਾਂ ਵੇਟਿੰਗ ਲਿਸਟ ਜਾਰੀ ਹੁੰਦੀ ਹੈ। ਕੀ ਨਾਮ ਆ ਬਾਈ? ਮੈਂ ਨਾਂ ਕੁਲਦੀਪ ਸਿੰਘ ਹੈ ਜੀ। ਕਿਹੜਾ ਪਿੰਡ? ਪਿੰਡ ਆਪਣਾ ਬੱਜੋਆਣਾ। ਤੁਸੀਂ ਵੇਟਿੰਗ ਲਿਸਟ? ਹਾਂਜੀ, ਵੇਟਿੰਗ ਲਿਸਟ 'ਚ ਹਾਂ। ਅਸੀਂ ਜਦੋਂ ਸਰਕਾਰ ਰਿਜ਼ਲਟ ਆਇਆ ਸੀ, ਉਸ ਟਾਈਮ ਵੋਟਾਂ ਤੋਂ ਪਹਿਲਾਂ ਰਿਜ਼ਲਟ ਆਇਆ ਸੀ ਭਰਤੀ ਦਾ, ਪੰਜਾਬ ਪੁਲਿਸ ਦਾ। ਅਸੀਂ ਉਸ ਟਾਈਮ ਤੋਂ ਵੋਟਾਂ ਦੇ ਵਿੱਚ ਵੀ ਅਸੀਂ ਆਪ ਸਰਕਾਰ ਦੇ ਕੋਈ ਇਹੋ ਜਿਹਾ MLA ਜਿਹਨੂੰ ਅਸੀਂ ਨਹੀਂ ਮਿਲੇ। ਅਸੀਂ ਬਠਿੰਡੇ ਇੱਥੇ ਲੋਕਲ, ਇੱਥੇ ਜਿਵੇਂ ਰਤਨਕੋਟ ਫੱਤਾ ਜੀ ਹੈ ਦਿਹਾਤੀ ਤੋਂ, ਬਠਿੰਡਾ ਤੋਂ, ਉਹ ਹਰੇਕ ਅਸੀਂ ਤਕਰੀਬਨ MLA ਨੂੰ ਅਸੀਂ ਆਪ ਵਾਲੇ ਨੂੰ ਮਿਲੇ ਹਾਂ। ਉਹਨਾਂ ਨੇ ਸਾਨੂੰ ਉਦੋਂ ਕਿਹਾ ਵੀ ਹਾਂ ਇਹ ਬਹੁਤ ਗਲਤ ਹੋ ਰਿਹਾ। ਹਰੇਕ MLA ਨੇ ਸਾਨੂੰ ਇਹ ਕਿਹਾ ਵੀ ਇਹ ਗਲਤ ਹੋਇਆ, ਵੀ ਇਹ ਹੋਣਾ ਚਾਹੀਦਾ। ਉਦੋਂ ਉਸ ਟਾਈਮ ਇਕੱਠੀਆਂ ਭਰਤੀਆਂ ਆਈਆਂ, ਵੇਟਿੰਗ ਇਹਨਾਂ ਨੋਟੀਫਿਕੇਸ਼ਨ ਦਿੱਤਾ ਸੀ ਵੇਟਿੰਗ ਲਿਸਟ ਨਹੀਂ ਦੇਵਾਂਗੇ, ਉਹ ਜਾਇਜ਼ ਸੀ। ਪਰ ਇਹਨੇ ਭਰਤੀਆਂ ਇਕੱਠੀਆਂ ਕਰਤੀਆਂ, ਭਰਤੀਆਂ ਇਕੱਠੀਆਂ ਹੋਣ ਕਰਕੇ ਬੱਚਾ ਹੁਣ ਕਿੱਧਰ ਜੁਆਇਨ ਕਰੇ? ਜੇ ਭਰਤੀ ਤਰਤੀਬਬਾਜ਼ ਹੁੰਦੀ ਤਾਂ ਵੇਟਿੰਗ ਲਿਸਟ ਦੀ ਜ਼ਰੂਰਤ ਹੀ ਨਹੀਂ ਸੀ, ਬੱਚੇ ਜੁਆਇਨ ਕਰ ਜਾਂਦੇ। ਪਰ ਉਹ ਕੀ ਹੋ ਗਿਆ, ਸਾਰੀਆਂ ਭਰਤੀਆਂ ਇਕੱਠੀਆਂ ਹੋਣ ਕਰਕੇ ਸਾਨੂੰ ਬੱਚਿਆਂ ਨੂੰ ਜੁਆਇਨ ਨਹੀਂ ਹੋਇਆ ਸਾਰਿਆਂ ਦਾ। ਉਹ ਐਕਸਾਈਜ਼ ਇੰਸਪੈਕਟਰ ਵੀ ਉਹੀ ਬੈਠਾ ਬੱਚਾ, ਉਹੀ ਸਫਾਈ ਕਾਂਸਟੇਬਲ 'ਚ ਵੀ ਉਹੀ ਬੱਚਾ ਬੈਠਾ ਸੀ। ਹੁਣ ਇਹ ਬਹੁਤ ਸਾਰੇ ਬੱਚੇ ਜਿਹੜੇ ਓਵਰਏਜ ਹੋ ਰਹੇ ਸੀ, ਇਹਨਾਂ ਨੂੰ ਇੱਕ
ਹਰ ਐਮਐਲਏ ਨੂੰ ਦੁਬਾਰਾ ਵੀ ਅਸੀਂ ਅਮਨ ਅਰੋੜਾ ਜੀ ਨਾਲ ਵੀ ਅਸੀਂ ਧਰਨਾ ਵੀ ਲਾਇਆ ਥੋੜ੍ਹੇ ਦਿਨ ਪਹਿਲਾਂ ਉਹਨਾਂ ਦੀ ਕੋਠੀ ਅੱਗੇ। ਉਸ ਦਿਨ ਵੀ ਅਸੀਂ ਕਿਹਾ ਸੀ, ਉਹਨੇ ਉਸ ਦਿਨ ਵੀ ਸਾਨੂੰ ਕਹਿਤਾ ਵੀ ਥੋੜ੍ਹਾ ਸਾਨੂੰ ਹੋਰ ਟਾਈਮ ਦਿਓ। ਉਹ ਵੀ ਟਾਈਮ ਲੰਘ ਚੁੱਕਿਆ, ਕੋਈ ਸਰਕਾਰ ਸਾਡੀ ਇਸ ਗੱਲ ਨਹੀਂ ਸੁਣ ਰਹੀ। ਸਾਨੂੰ ਐਂ ਆ ਵੀ ਵੇਟਿੰਗ ਲਿਸਟ ਨਾ ਦਿਓ, ਸੈਕਿੰਡ ਲਿਸਟ ਦੇ ਦਿਓ, ਜਿੰਨੇ ਬੱਚੇ ਘੱਟ ਜੁਆਇਨ ਕਰਿਆ ਉਨੀ ਲਿਸਟ ਹੀ ਪਾ ਦਿਓ ਵੀ ਸਾਨੂੰ ਵੇਟਿੰਗ ਲਿਸਟ ਰਹਿਣ ਦਿਓ। ਤੁਸੀਂ ਕਹਿੰਦੇ ਵੇਟਿੰਗ ਲਿਸਟ ਦਾ ਰੌਲਾ ਪੈਂਦਾ, ਸਾਨੂੰ ਸੈਕਿੰਡ ਲਿਸਟ ਦੇ ਦਿਓ, ਤਾਂ ਵੇਟਿੰਗ ਲਿਸਟ ਨਹੀਂ ਮੰਗਦੇ। ਸਾਡਾ ਸਭ ਤੋਂ ਇਹੀ ਮੁੱਦਾ ਵੀ ਜਲਦੀ ਤੋਂ ਜਲਦੀ ਸਾਡਾ ਜਿਹੜਾ ਮੁੱਦਾ ਇਹ ਹੱਲ ਕੀਤਾ ਜਾਵੇ। ਸਰਕਾਰ ਸਾਡੇ ਅੱਗੇ ਇਹੀ ਮੰਗ ਹੈ ਕਿ ਮਾਨ ਸਾਹਿਬ ਨੂੰ ਕਈ ਵਾਰ ਮਿਲ ਚੁੱਕੇ ਆ ਨਾ, ਉਹਨਾਂ ਨੇ ਸਾਡੀ ਗੱਲ ਅਜੇ ਤੱਕ ਕੋਈ ਨਹੀਂ ਸੁਣ ਰਿਹਾ ਜੀ। ਆਮ ਲੋਕਾਂ ਲਈ ਤਾਂ ਅਸੀਂ ਆਮ ਦੀ ਸੁਣਦੇ, ਆਮ ਲੋਕਾਂ ਦੀ ਸੁਣਦੇ ਨਹੀਂ ਬਾਈ, ਕੋਈ ਨਹੀਂ ਸੁਣ ਰਿਹਾ। ਇਹ ਤਾਂ ਫਾਲਤੂ ਗੱਲਾਂ ਨੇ, ਕੋਈ ਆਮ ਲੋਕਾਂ ਦੀ ਕੋਈ ਨਹੀਂ ਸੁਣ ਰਿਹਾ। ਜਦੋਂ ਖੁਦ ਮਾਨ ਸਾਹਿਬ ਨੇ ਸਾਨੂੰ ਕਿੰਨੇ ਵਾਰ ਮਿਲਣ ਤੋਂ ਬਾਅਦ ਸਾਨੂੰ ਇਹ ਕਹਿ ਦਿੱਤਾ, 4 ਵਾਰ ਅਸੀਂ ਮਿਲ ਚੁੱਕੇ ਮਾਨ ਸਾਹਿਬ ਨੂੰ। ਜਦੋਂ ਮੁੱਖ ਮੰਤਰੀ ਹੋ ਕੇ ਵੀ ਸਾਡੀ ਗੱਲ ਨਹੀਂ ਸੁਣ ਰਹੇ ਤਾਂ ਹੋਰ ਦੱਸੋ ਕੌਣ ਸੁਣੂਗਾ? ਫਿਰ ਜੇ ਇਹ ਨਾ ਮਿਲੀ ਫਿਰ ਕੀ ਕਰੋਗੇ? ਫਿਰ ਕੀ ਹੱਲ ਆ ਤੁਹਾਡੇ ਕੋਲ? ਕੀ ਹੱਲ ਆ ਜੀ? ਬਸ ਫਿਰ ਓਵਰੇਜ ਹੋ ਜਾਣਗੇ ਬੱਚੇ, ਫਿਰ ਬਾਹਰ ਜਾ ਰਹੇ, ਹੋਰ ਕੀ ਇਹੀ ਹੱਲ ਆ ਲਾਸਟ। ਫਿਰ ਤੁਹਾਡਾ ਵੀ ਇਹੀ ਆ ਜੀ, ਸਾਰਿਆਂ ਦਾ ਇਹੀ ਹੱਲ ਆ ਜੀ। ਕੀ ਕਿੱਤਾ ਕਰਦਾ? ਕਿੱਤਾ ਖੇਤੀਬਾੜੀ ਹੈ ਜੀ। ਖੇਤੀਬਾੜੀ। ਹਾਂਜੀ ਹਾਂਜੀ ਬਾਈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਤ੍ਰਿਪਤਪਾਲ ਸਿੰਘ ਹੈ ਜੀ। ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਜੀ ਪੰਜਾਬ ਪੁਲਿਸ ਦੀ ਜਿਹੜੀ ਕਾਂਸਟੇਬਲ ਦੀ ਵੇਟਿੰਗ ਲਿਸਟ ਦੀ ਮੰਗ ਨੂੰ ਲੈ ਕੇ, ਜਾਂ ਸੈਕਿੰਡ ਲਿਸਟ ਵੀ ਆਪਾਂ ਕਹਿ ਸਕਦੇ ਹਾਂ। 4358 ਵੈਕੈਂਸੀਜ਼ ਦਾ ਨੋਟੀਫਿਕੇਸ਼ਨ ਆਊਟ ਕੀਤਾ ਜਾਂਦਾ 2021 'ਚ ਕਾਂਗਰਸ ਸਰਕਾਰ ਵੱਲੋਂ। ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਇਹਦਾ ਪ੍ਰੋਸੀਜਰ ਚੱਲਦਾ, ਐਗਜ਼ਾਮ ਹੁੰਦੇ ਆ, ਟਰਾਇਲ ਹੁੰਦੇ ਆ, ਬੱਚੇ ਸਿਲੈਕਟ ਹੋ ਜਾਂਦੇ ਆ। ਪਰ 4358 ਦੇ ਵਿੱਚੋਂ ਪੂਰੇ ਦੇ ਪੂਰੇ ਕੈਂਡੀਡੇਟ ਜੁਆਇਨ ਨਹੀਂ ਕਰ ਪਾਉਂਦੇ। ਕੁਛ ਕੁ ਤਾਂ ਜੁਆਇਨ ਕਰਨ ਤੋਂ ਬਾਅਦ ਛੱਡ ਜਾਂਦੇ ਆ, ਕੁਛ ਕੁ ਪਹਿਲਾਂ ਹੀ ਹੋਰ ਅਸਾਮੀਆਂ 'ਤੇ ਕੰਮ ਕਰ ਰਹੇ ਆ, ਉਹ ਕਾਂਸਟੇਬਲ ਦੀ ਨੌਕਰੀ ਨਹੀਂ ਲੈਣਾ ਚਾਹੁੰਦੇ। ਪਰ ਹੁਣ ਤੁਸੀਂ ਦੇਖੋ 4358 ਚੋਂ ਤਕਰੀਬਨ 3200 ਵੈਕੈਂਸੀ ਜਿਹੜੀ ਫਿਲਅਪ ਹੋਈ ਹੈ ਹੁਣ ਤੱਕ। 1000 ਤੋਂ ਜ਼ਿਆਦਾ ਵੈਕੈਂਸੀ ਉਹ ਖਾਲੀ ਪਈ ਹੈ, ਪਰ ਉਹਨੂੰ ਭਰਨ ਦੇ ਲਈ ਮਹਿਕਮੇ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਦੂਜੀ ਲਿਸਟ ਨਹੀਂ ਦਿੱਤੀ ਗਈ, ਕੋਈ ਵੇਟਿੰਗ ਲਿਸਟ ਨਹੀਂ ਦਿੱਤੀ ਗਈ। ਤੁਸੀਂ ਜਦੋਂ ਮੌਜੂਦਾ ਸਰਕਾਰ ਜਦੋਂ ਵਿਰੋਧੀ ਧਿਰ 'ਚ ਸੀ ਪਿਛਲੇ ਸਾਲ, ਉਦੋਂ ਤੁਸੀਂ ਇਹਨਾਂ ਦੇ ਬਿਆਨ ਦੇਖੋ, ਆ ਤੁਸੀਂ ਦੇਖ ਸਕਦੇ ਹੋ। ਇਹਨਾਂ ਨੇ ਕਿਹਾ ਸੀ, ਆਪਣੇ ਮੰਤਰੀ ਸਾਹਿਬ ਚੀਮਾ ਜੀ ਹੈਗੇ, ਅਮਨ ਅਰੋੜਾ ਜੀ ਬੈਠੇ ਆ, ਕਿ ਅਸੀਂ ਹਰ ਭਰਤੀ ਦੀ ਜਿਹੜੀ ਹੈ ਵੇਟਿੰਗ ਲਿਸਟ ਜਾਰੀ ਕਰਾਂਗੇ। ਪਰ ਉਹ ਸਾਰੇ ਜਿਹੜੇ ਇਹਨਾਂ ਦੇ ਪੁਰਾਣੇ ਕੀਤੇ ਹੋਏ ਵਾਅਦੇ ਆ, ਦਿਨੋਂ ਦਿਨ ਉਹ ਖੋਖਲੇ ਸਾਬਤ ਹੋ ਰਹੇ ਜੀ। ਚਾਹੇ ਉਹ ਨੌਜਵਾਨੀ ਨੂੰ ਨਸ਼ਾ ਰੋਕਣ ਲਈ ਹੋਵੇ, ਜਾਂ ਰੁਜ਼ਗਾਰ ਦੇਣ ਪ੍ਰਤੀ ਹੋਵੇ, ਜਾਂ ਜੋ ਵੀ ਨੇ। ਹੁਣ ਇਹਨਾਂ ਦੇ ਬਿਆਨ ਤੁਸੀਂ ਦੇਖੋ ਕਿ ਅਸੀਂ ਅੰਗਰੇਜ਼ਾਂ ਨੂੰ ਇੱਥੇ ਲਿਆ ਕੇ ਨੌਕਰੀ ਦੇਵਾਂਗੇ। ਇੱਥੇ ਜਿੰਨੀ ਪੋਪੂਲੇਸ਼ਨ ਹੈ ਉਸ ਦੇ ਹਿਸਾਬ 'ਤੇ ਜਿਹੜੀਆਂ ਓਪਰਚੁਨਿਟੀਜ਼ ਹੈ, ਤੁਸੀਂ ਉਹਨਾਂ ਦੀ ਪ੍ਰਪੋਰਸ਼ਨ ਦੇਖ ਲਓ। ਜੇ ਇੱਥੋਂ ਦੇ ਜੰਮੇ ਜਾਏ ਨੂੰ ਨੌਕਰੀਆਂ ਪੂਰੀਆਂ ਮਿਲ ਜਾਣ ਤੇ ਵੀ ਸਰਕਾਰ ਦੀ ਵੱਡੀ ਪ੍ਰਾਪਤੀ ਹੋਊਗੀ। ਕੀ ਲੱਗਦਾ ਕੁਰਸੀ ਤੇ ਇਹ ਜੀ ਸੁੰਡੀ ਕਿਹੜੀ ਬੈਠੀ ਆ ਕਿ ਜਦੋਂ ਕੁਰਸੀ ਤੋਂ ਥੱਲੇ ਹੁੰਦੇ ਉਦੋਂ ਵਾਅਦੇ ਬੜੇ ਵੱਡੇ ਕਰਦੇ ਆ, ਪਰ ਜਦੋਂ ਉਸੇ ਕੁਰਸੀ ਤੇ ਜਾ ਕੇ ਬੈਠਦੇ ਆ ਤਾਂ ਸੁੰਡੀ ਕਿਤੇ ਡੰਗ ਡੁੰਗ ਮਾਰਦੀ ਆ, ਉਦੋਂ ਭੁੱਲ ਭੁਲਾਈ ਜਾਂਦੇ। ਦੇਖੋ ਜੀ, ਜ਼ਾਹਿਰ ਜੀ ਗੱਲ ਹੈ, ਜਦੋਂ ਆਪੋਜੀਸ਼ਨ 'ਚ ਸੀ ਉਦੋਂ ਜਿਹੜੀ ਇਹਨਾਂ ਨੂੰ ਮੌਜੂਦਾ ਸਰਕਾਰ ਦੀਆਂ ਕੀਤੀਆਂ ਖਾਮੀਆਂ ਨਜ਼ਰ ਆਉਂਦੀਆਂ ਸੀ, ਉਹ ਹੁਣ ਆਪ ਜਦੋਂ ਇਹ ਸੱਤਾਧਾਰੀ ਧਿਰ ਬਣ ਕੇ ਬੈਠੇ ਆ, ਉਹ ਉਹੀ ਚੀਜ਼ਾਂ ਕੰਟੀਨਿਊਸਲੀ ਰਿਪੀਟ ਕਰ ਰਹੇ। ਇਹਨਾਂ ਨੂੰ ਆਪਣੀਆਂ ਉਹ ਗੱਲਾਂ ਵੀ ਜਿਹੜਾ ਇਹ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਚੱਕ ਕੇ ਇਹ ਵਿਧਾਨ ਸਭਾ ਦੇ ਬਾਹਰ ਖੜੇ ਚੀਕਦੇ ਹੁੰਦੇ ਸੀ, ਹੁਣ ਅੰਦਰ ਖੜ ਕੇ ਇਹਨਾਂ ਨੂੰ ਉਹ ਚੀਜ਼ਾਂ ਸਾਰੀਆਂ ਭੁੱਲ ਗਈਆਂ। ਟੋਟਲੀ ਜਿਹੜੀਆਂ ਫ੍ਰੀ ਵੀਜ਼ ਇਹ ਅਨਾਊਂਸ ਕਰ ਰਹੇ ਆ ਡੇ ਬਾਏ ਡੇ, ਅਸੀਂ ਆਹ ਵੀ ਫ੍ਰੀ ਦੇ ਦਾਂਗੇ, ਆਹ ਵੀ ਫ੍ਰੀ ਦੇ ਦਾਂਗੇ। ਤੁਸੀਂ ਆਪਣਾ ਇਕਨੋਮਿਕ ਸਰਵੇ ਦੇਖੋ, ਬਜਟ ਦੇਖੋ, ਆਪਣਾ ਡੈਫੀਸਿਟ ਬਜਟ ਜਾਂਦਾ ਹੈ। ਇਸ ਸਾਲ ਫਿਸਕਲ ਡੈਫੀਸਿਟ ਵੱਧ ਰਿਹਾ, ਰੈਵਨਿਊ ਡੈਫੀਸਿਟ ਵੱਧ ਰਿਹਾ, ਮਤਲਬ ਸਰਕਾਰ ਕੋਲੇ ਰੈਵਨਿਊ ਦਾ ਕੋਈ ਸੋਰਸ ਨਹੀਂ। ਦੂਸਰੇ ਪਾਸੇ ਨੌਜਵਾਨੀ ਦਾ ਜਿਹੜਾ ਹੈਗਾ ਦਿਨੋਂ ਦਿਨ ਵਿਦੇਸ਼ਾਂ ਵੱਲ ਰੁਝਾਨ ਵੱਧ ਰਿਹਾ। ਇੱਥੇ ਆਪਣੇ ਕੋਲੇ ਬਣਦੀਆਂ ਓਪਰਚੁਨਿਟੀਜ਼ ਨਹੀਂ ਹੈਗੀਆਂ, ਤੇ ਕੋਈ ਉਮੀਦਵਾਰ, ਕੋਈ ਵਿਦਿਆਰਥੀ ਦੱਸੋ ਵਿਦੇਸ਼ਾਂ ਦਾ ਰਾਹ ਨਾ ਫੜੇ ਤਾਂ ਹੋਰ ਕੀ ਕਰੇ? ਇਹ ਨਾ ਮਿਲੀ ਫਿਰ ਤੁਹਾਡੇ ਕੋਲੇ ਕੀ ਹੱਲ? ਸਾਡੇ ਕੋਲੇ ਵੀ ਦੇਖੋ ਜੀ, ਅਖੀਰਲੀ ਹਥਿਆਰ ਫਿਰ ਸਾਨੂੰ ਵੀ ਅਪਣਾਉਣਾ ਪੈਣਾ। ਸਾਡੇ ਨਾਲ ਦੇ ਜਿਹੜੇ ਵਿਦਿਆਰਥੀ ਬਾਹਰ ਬੈਠੇ ਆ, ਸਾਡੇ ਕਲਾਸਮੇਟਸ, ਬੈਚਮੇਟਸ ਸੀ ਜਿਹੜੇ 4-5 ਸਾਲ ਪਹਿਲਾਂ ਜਾਂ ਹੁਣ ਵੀ ਕੈਨੇਡਾ ਚੱਲ ਗਏ ਆ, ਉਹ ਸਾਨੂੰ ਟੀਚਰਾਂ ਕਰਦੇ ਆ ਜੀ ਅੱਜ ਬੈਠੇ, ਕਿ ਤੁਹਾਨੂੰ ਵੀ ਕਿਹਾ ਸੀ ਆ ਜਾਓ ਟਾਈਮ 'ਤੇ ਚੰਗੇ ਰਹੋਗੇ। ਸਾਨੂੰ ਵੀ ਕਦੇ ਕਦੇ ਜਾਪਣ ਲੱਗ ਜਾਂਦਾ ਸਰਕਾਰ ਦੀਆਂ ਨੀਤੀਆਂ ਨੂੰ ਦੇਖ ਕੇ ਕਿ ਅਸੀਂ ਸ਼ਾਇਦ ਗਲਤੀ ਕਰ ਬੈਠੇ, ਇੱਥੇ ਰਹਿਣ ਦਾ ਫੈਸਲਾ ਕਰਕੇ। ਟਾਈਮ ਨਾਲ ਅਸੀਂ ਵੀ ਇੱਥੋਂ ਲੰਘੇ ਹੁੰਦੇ ਤਾਂ ਥੋੜ੍ਹਾ ਚੰਗਾ ਹੋਣਾ ਸੀ। ਅੱਛਾ ਬਾਈ, ਤੁਹਾਨੂੰ ਵੀ ਲੱਗਦਾ ਕਿ ਗਲਤੀ ਹੋ ਗਈ ਸ਼ਾਇਦ ਪੰਜਾਬ ਦੇ ਵਿੱਚ ਰਹਿ ਕੇ? ਹਾਂਜੀ ਜ਼ਰੂਰ ਹੀ। ਕਿਉਂ? ਕਿਉਂਕਿ ਸਰ 16 'ਚ ਵੀ ਭਰਤੀ ਆਈ ਸੀ ਤੇ 21 'ਚ ਵੀ ਭਰਤੀ ਆਈ ਹੈ, ਤੇ ਦੋਨਾਂ ਦੀ ਜਿਵੇਂ ਆਪਾਂ ਦੇਖੀਏ ਵੇਟਿੰਗ ਲਿਸਟ ਵਗੈਰਾ ਆ, ਉਹ ਪਾਰ ਨਹੀਂ ਚੜੀ। ਅੱਛਾ, ਉਹ ਵੀ ਪਾਰ ਨਹੀਂ ਚੜੀ। ਤੁਸੀਂ ਬਾਈ ਉਡੀਕ ਕੀ ਕਰ ਰਹੇ ਹੋ ਹਾਲੇ ਤੱਕ? ਹਾਂਜੀ ਬਿਲਕੁਲ ਸਰ। ਐਕਚੁਅਲੀ ਜਦੋਂ ਨੋਟੀਫਿਕੇਸ਼ਨ ਆਊਟ ਹੋਇਆ ਸੀ ਇਹਦਾ 2021 4358 ਦਾ, ਉਸ ਵਕਤ ਮੈਨੂੰ ਤਾਂ ਐਂ ਸੀ, ਮੈਂ ਕਿਹਾ ਵੀ ਇਹਦੀ 27 ਤੋਂ 32 ਹੋ ਗਈ, ਕਿਉਂਕਿ SC ਕੈਟਾਗਰੀ ਨਾਲ ਬਿਲੋਂਗ ਕਰਦੇ ਆ, ਤਾਂ ਇਹਦੀ ਚਲੋ ਬਾਏ ਗੋਡ ਗ੍ਰੇਸ ਹੀ ਕਹਿ ਸਕਦੇ ਹਾਂ ਵੀ 28 ਸੀਗੀ ਜਰਨਲ ਦੀ, ਤਾਂ ਜੋ ਰਿਜ਼ਰਵ ਕੈਟਾਗਰੀ ਲਈ SC ਦੀ 33 ਬਣਦੀ ਸੀ। 33 ਤੋਂ ਮੇਰੇ ਸਿਰਫ 1.5 ਮਹੀਨਾ ਘੱਟ ਸੀਗਾ ਜੀ। ਮੈਂ ਆਲਰੇਡੀ ਮੈਂ ਤਾਂ ਓਵਰੇਜ ਹੋ ਚੁੱਕਾ ਜੀ, ਅਤੇ ਮੈਂ ਕਿਹਾ ਚਲੋ ਵੀ ਲਾਸਟ ਚਾਂਸ ਆ ਮੇਰੇ ਕੋਲ। ਬਹੁਤ ਮਿਹਨਤ ਕੀਤੀ, ਦਿਨ ਰਾਤ ਪੜ੍ਹਾਈ ਕੀਤੀ, ਅਤੇ ਪੜ੍ਹਾਈ ਦੇ ਨਾਲ ਨਾਲ ਪੈਰਲ, ਕਿਉਂਕਿ ਮੇਰੀ ਏਜ ਹੁਣ 34-35 ਹੋ ਚੁੱਕੀ ਆ, ਅਤੇ ਮੈਂ ਮੈਰਿਡ ਹਾਂ, 2 ਬੱਚੇ ਵੀ ਆ, ਬੱਚੇ ਵੀ ਮੇਰੇ ਬਰਾਬਰ ਦੇ ਹੋ ਗਏ ਜੀ। ਬਟ ਮੈਂ ਕਿਹਾ ਮੇਰੇ ਕੋਲ ਗੋਲਡਨ ਚਾਂਸ ਹੈ। ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ, ਪੈਰਲ ਸੁਬਾਹ ਸ਼ਾਮ ਰਨਿੰਗ ਕਰਨੀ। 72 ਕਿਲੋ ਵੇਟ ਸੀਗਾ ਮੇਰਾ, ਲਾਸਟ ਦਸੰਬਰ 'ਚ ਆ ਕੇ ਮੇਰਾ 56 ਕਿਲੋ ਵੇਟ ਰਹਿ ਗਿਆ। ਹੁਣ ਮੈਂ ਬਿਲਕੁਲ ਯਾਨੀ ਕਿ ਕੁਛ ਨਹੀਂ, ਜੇ ਇਹ
ਤਾਂ ਹੀ ਕਿਤੇ ਚੰਡੀਗੜ੍ਹ ਚਲੇ ਜਾਂਦੇ ਆ, ਸੁਨਾਮ ਚਲੇ ਜਾਂਦੇ ਆ ਵੀ ਸ਼ਾਇਦ ਮਿਹਨਤ ਦਾ ਫਲ ਮਿਲ ਜੇ, ਬਟ ਕੋਈ ਸਰ ਹੱਲ ਨਹੀਂ ਹੋ ਰਿਹਾ। ਜਦੋਂ ਵੇਟਿੰਗ ਲਿਸਟ 'ਚ ਆਈ ਸੀ, ਇੱਕ ਆਸ ਬੱਝੀ ਹੋਣੀ ਆ ਕਿ ਯਾਰ ਸ਼ਾਇਦ ਕਿਤੇ ਨਾ ਕਿਤੇ ਹੁਣ ਮੇਰੇ ਵੀ ਫੀਤੀਆਂ ਲੱਗਣਗੀਆਂ। ਬਿਲਕੁਲ ਸਰ, ਜਦੋਂ ਐਗਜ਼ਾਮ ਦੇ ਕੇ ਆਏ, ਚਲੋ ਆਪਦੇ ਮਨ ਨੂੰ ਖੁਸ਼ੀ ਹੋਈ ਵੀ ਚਲੋ ਵਧੀਆ ਚਲੋ ਹੋਇਆ ਐਗਜ਼ਾਮ, ਚਲੋ ਮਿਹਨਤ ਕੀਤੀ ਸੀ। ਫਿਰ ਐਂ ਸੀ ਵੀ ਚਲੋ ਵੀ ਯੰਗ ਬੱਚਿਆਂ ਨਾਲੋਂ ਆਪਾਂ ਥੋੜ੍ਹਾ ਪਿੱਛੇ ਨਾ ਰਹਿ ਜਾਈਏ, ਅਤੇ ਵੀ ਬਹੁਤ ਸੁਬਾਹ ਸ਼ਾਮ ਮਿਹਨਤ ਕਰਨੀ ਗਰਾਊਂਡ 'ਚ, ਸੁਬਾਹ ਸ਼ਾਮ। ਤਾਂ ਮੈਂ ਆਪਣੇ ਸਾਡਾ 18ਵਾਂ 19ਵਾਂ ਬੈਚ ਸੀਗਾ, ਦੋਨੋਂ ਬੈਚ ਇਕੱਠੇ ਰਨ ਕਰਾਏ ਸੀ। 50 ਬੱਚਿਆਂ ਵਿੱਚੋਂ ਐਕਸੀਲੈਂਟ ਪਰਫੋਰਮੈਂਸ ਦਿੱਤੀ ਸੀਗੀ, ਉਹ ਵੀ ਮਿਹਨਤ ਦੇ ਆਸਰੇ, ਕਿਉਂਕਿ ਬਹੁਤ ਹੀ ਜ਼ਿਆਦਾ ਮੈਂ ਸਭ ਕੁਛ ਛੱਡਤਾ। ਆਪਦੀ ਜੋਬ ਕਰਦਾ ਸੀ ਬਹੁਤ ਵਧੀਆ ਪ੍ਰਾਈਵੇਟ ਕੰਪਨੀ 'ਚ, 14 ਸਾਲ ਦੀ ਜੋਬ ਮੈਂ ਛੱਡਤੀ ਸੀਗੀ। ਮੈਂ ਇਸੇ 'ਤੇ ਹੀ ਡਿਪੈਂਡਡ ਹੋ ਗਿਆ ਵੀ ਨਹੀਂ, ਮੈਂ ਪੇਪਰ ਮੇਰਾ ਵਧੀਆ ਹੋ ਗਿਆ। 4,70,000 ਬੱਚੇ ਵਿੱਚੋਂ 23,000 ਨੂੰ ਬੁਲਾਇਆ ਸੀ ਇਹਨਾਂ ਨੇ ਫਿਜ਼ੀਕਲ ਵਾਸਤੇ, ਉਹਦੇ ਵਿੱਚ ਨਾਮ ਆ ਗਿਆ। ਮੈਂ ਕਿਹਾ ਚਲੋ ਆਪਣਾ ਹੱਲ ਹੋ ਜਾਊਗਾ, ਬਟ ਮਿਹਨਤ ਦਾ ਫਲ ਨਹੀਂ ਮਿਲਿਆ। ਅਤੇ ਉਹ ਹੁਣ ਕੀ ਸਾਧਨ ਆ ਫਿਰ, ਕਮਾਈ ਦਾ ਸਾਧਨ ਕੀ ਹੈ? ਸਾਧਨ ਸਰ, ਜੋ ਵਧੀਆ ਨੌਕਰੀ ਕਰ ਰਿਹਾ ਸੀ ਮੈਂ, ਉਹ ਵੀ ਛੱਡਤੀ, ਕਿਉਂਕਿ ਇੰਨਾ ਟਾਈਮ ਮੈਂ ਸਾਲ ਇੱਧਰ ਲੱਗਿਆ ਰਿਹਾ। ਮਾਰਚ ਤੋਂ ਲੱਗਿਆ ਹੋਇਆ ਸੀ ਐਕਚੁਅਲੀ ਨਾ, ਭਰਤੀ ਦਾ ਇਹਨਾਂ ਦੀਆਂ ਅਫਵਾਹਾਂ ਜਿਹੀਆਂ ਚੱਲ ਰਹੀਆਂ ਸੀ ਮਾਰਚ ਤੋਂ ਵੀ 10,000 ਮੁਲਾਜ਼ਮ ਭਰਤੀ ਕਰਾਂਗੇ। ਤਾਂ ਉਦੋਂ ਤੋਂ ਹੀ ਮੈਂ ਆਪਣੇ ਆਪ ਨੂੰ ਮਤਲਬ ਤਿਆਰ ਕਰਨਾ, ਕਿਉਂਕਿ ਮੈਨੂੰ ਪਤਾ ਸੀ ਕਿਉਂਕਿ ਮੇਰੀ ਏਜ ਜ਼ਿਆਦਾ, ਮੈਂ ਬੱਚਿਆਂ ਦਾ ਮੁਕਾਬਲਾ ਨਹੀਂ ਕਰ ਸਕਦਾ ਜੋ ਯੰਗ ਏਜ ਦੇ ਬੱਚੇ ਆ। ਬਟ ਮੈਂ ਵੀ ਇਹੀ ਸਮਝ ਕੇ ਵੀ ਗੋਲਡਨ ਚਾਂਸ ਹੈ, ਬਹੁਤ ਹੀ ਜ਼ਿਆਦਾ ਮਿਹਨਤ ਕਰਕੇ। ਹਾਂਜੀ ਹਾਂਜੀ। ਅਤੇ ਫਿਰ ਕੀ ਹੁਣ ਸਾਧਨ ਕੀ ਹੈ ਕਮਾਈ ਦਾ? ਹੁਣ ਸਾਧਨ ਸਰ ਪ੍ਰਾਈਵੇਟ ਹੀ ਹੈ, ਬਸ ਕੋਈ ਛੋਟਾ ਮੋਟਾ ਕੰਮ ਕਰਦੇ ਰਹੇ ਹਾਂ, ਬਸ ਟਾਈਮ ਪਾਸ ਹੋ ਰਿਹਾ। ਤੇ ਲੱਗਦਾ ਵੀ ਇਹਨਾਂ ਨੇ ਆਮ ਲੋਕਾਂ ਦੀ ਸੁਣੀ ਆ ਫਿਰ ਬਾਈ? ਸਰ ਆਮ ਲੋਕਾਂ ਦੀ ਕੀ ਸੁਣੀ ਆ ਜੀ, ਆਮ ਲੋਕਾਂ ਦੇ ਰੁਜ਼ਗਾਰ ਹੀ ਖੋਲ੍ਹੇ, ਕਿਉਂਕਿ ਕਈ ਬੱਚੇ ਜਿਵੇਂ ਹੁਣ ਮੇਰੇ ਵਰਗੇ ਹੋਰ ਵੀ ਬਹੁਤ ਆ, ਉਹ ਆਪਦੇ ਜੋ ਕੰਮ ਚੱਲਦਾ ਸੀਗਾ, ਚਲੋ ਐਂ ਆਸ ਹੁੰਦੀ ਆ ਵੀ ਚਲੋ ਵੀ ਫੌਜ 'ਚ ਨਹੀਂ ਤਾਂ ਚਲੋ ਪੁਲਿਸ 'ਚ ਹੋ ਜਾਂਗੇ ਆਪਾਂ, ਅਤੇ ਵੀ ਆਪਣਾ ਕੰਮ ਧੰਦਾ ਛੱਡ ਕੇ ਇੱਧਰ ਹੁੰਦੇ ਹੈਗੇ। ਚਲੋ ਬਹੁਤ ਮਿਹਨਤਾਂ ਕੀਤੀਆਂ। ਚਲੋ ਮੇਰਾ ਤਾਂ ਚਲੋ ਵੀ ਪੁਆਇੰਟਾਂ 'ਤੇ ਵੀ ਐਂ ਹੋ ਗਿਆ ਵੀ ਕਈ ਬੱਚੇ ਰਹਿ ਵੀ ਗਿਆ, ਉਹਦੇ ਕੰਮ ਵੀ ਗਿਆ ਉਹਨਾਂ ਦਾ, ਫਿਰ ਵੀ ਚਲੋ ਮੈਂ ਬਿਲਕੁਲ ਪੁਆਇੰਟਾਂ 'ਤੇ ਹੀ ਰਹਿ ਗਿਆ। 66 'ਤੇ ਸਾਡੀ ਮੈਰਿਟ ਗਈ ਸੀ, 65.73 ਮੇਰੇ ਨੰਬਰ ਸੀਗੇ। ਅਤੇ ਬਹੁਤ ਜ਼ਿਆਦਾ ਦੁੱਖ ਹੁੰਦਾ, ਮਤਲਬ ਜੇ ਇਹੀ ਐਕਚੁਅਲੀ ਇੱਕ ਗੱਲ ਹੋਰ ਵੀ ਹੈ ਵੀ ਮਤਲਬ ਇਹਨਾਂ ਨੇ ਪਟਵਾਰੀ ਹੋ ਗਿਆ, ਸਬ ਇੰਸਪੈਕਟਰ ਹੋ ਗਿਆ, ਹੈੱਡ ਕਾਂਸਟੇਬਲ ਹੈ, ਅਤੇ ਕਾਂਸਟੇਬਲ ਦੀ ਜਿਹੜੀ ਕੁਆਲੀਫਿਕੇਸ਼ਨ ਸੀਗੀ ਵੀ ਮਤਲਬ +2 ਤੇ ਬੇਸ 'ਤੇ ਸੀ। ਉਸੇ ਭਰਤੀ ਵਿੱਚ ਜਿਹੜਾ ਉਹਨੂੰ ਕਾਂਸਟੇਬਲ ਲਈ ਅਪਲਾਈ ਕਰੂਗਾ, ਜਿਹਦੀ +2 ਕੀਤੀ ਆ, ਉਹ ਐਂ ਤਾਂ ਨਹੀਂ ਪਟਵਾਰੀ 'ਚ ਕੁਆਲੀਫਾਈ ਕਰ ਜਾਓ, ਕਿਉਂਕਿ ਪਟਵਾਰੀ ਲਈ ਗ੍ਰੈਜੂਏਸ਼ਨ ਦੀ ਜ਼ਰੂਰਤ ਹੈ, ਹੈੱਡ ਕਾਂਸਟੇਬਲ ਲਈ ਗ੍ਰੈਜੂਏਸ਼ਨ ਦੀ ਜ਼ਰੂਰਤ ਹੈ। ਹੁਣ ਜੋ ਮੇਰੇ ਵਰਗਾ ਬੰਦਾ ਸੀਗਾ ਜਿਹਦੀ +2 ਕੀਤੀ ਆ, ਉਹ ਤਾਂ ਇਕੱਲਾ ਕਾਂਸਟੇਬਲ ਵਿੱਚ ਹੀ ਅਪਲਾਈ ਕਰੂਗਾ। ਬਾਕੀ ਜਿਹੜੇ ਬੱਚੇ ਗ੍ਰੈਜੂਏਟ, ਆਪਾਂ ਉਹਨਾਂ ਨੇ ਇਹ ਨਹੀਂ ਕਹਿੰਦੇ ਵੀ ਜੈਲਸ ਹੀ ਉਹਨਾਂ ਨਾਲ, ਕਿਉਂਕਿ ਉਹ ਪੜ੍ਹੇ ਲਿਖੇ ਆ, ਬਟ ਇਹ ਇੱਕ ਸੀਕੁਐਂਸ ਵਾਈਜ਼ ਭਰਤੀ ਹੁੰਦੀ ਹੈ। ਜਿਵੇਂ ਮੰਨ ਕੇ ਚਲੋ ਵੀ ਇਹਨਾਂ ਨੇ ਪਟਵਾਰੀ ਆਪਣਾ ਹੈੱਡ ਕਾਂਸਟੇਬਲ ਦੇ ਕਹਿੰਦੇ ਵੀ ਨਕਲ ਵੱਜ ਗਈ, ਪੇਪਰ ਕੈਂਸਲ ਕਰਤੇ, ਸਬ ਇੰਸਪੈਕਟਰ ਨਕਲ ਵੱਜ ਗਈ, ਪੇਪਰ ਕੈਂਸਲ ਕਰਤੇ। ਬਟ ਜੇ ਕੈਂਸਲ ਕਰਕੇ ਦੁਬਾਰਾ ਕਰਵਾ ਕੇ ਉਹਨਾਂ ਦੀ ਤਰਤੀਬਵਾਰ, ਜਿਵੇਂ ਗ੍ਰੈਜੂਏਸ਼ਨ ਬੇਸ ਦੀਆਂ ਭਰਤੀਆਂ ਪਹਿਲਾਂ ਕੰਪਲੀਟ ਹੋਈਆਂ, ਤਾਂ ਜੋ ਹੁਸ਼ਿਆਰ ਬੱਚੇ ਜਿਹੜੇ ਕਿ ਅੱਜ ਮਜਬੂਰੀ ਬਸ ਉਹਨਾਂ ਨੂੰ ਕਾਂਸਟੇਬਲ ਵਿੱਚ ਜੁਆਇਨਿੰਗ ਲੈਣੀ ਪੈਗੀ, ਕਿਉਂਕਿ ਉਹਨਾਂ ਕੋਲ ਆਪਸ਼ਨ ਹੈ ਨਹੀਂ ਸੀ। ਸਰਕਾਰਾਂ ਦਾ ਪਤਾ ਹੁੰਦਾ ਵੀ ਸਾਡਾ ਰਿਜ਼ਲਟ ਪਤਾ ਨਹੀਂ ਆਊਗਾ ਕਿ ਨਹੀਂ, ਸਾਡੀ ਹੋਊਗੀ, ਜਿਹੜੀ ਮਿਲਦੀ ਹੈ ਉਹ ਲੈ ਲਓ। ਹਾਲਾਂਕਿ ਉਹ ਐਲੀਜੀਬਲ ਸੀਗੇ ਸਬ ਇੰਸਪੈਕਟਰ, ਹੈੱਡ ਕਾਂਸਟੇਬਲ ਵਾਸਤੇ। ਹੁਣ ਮੰਗ ਇਹੀ ਆ ਕਿ ਸਾਨੂੰ ਜਿਹੜੀ ਵੇਟਿੰਗ ਲਿਸਟ ਆ ਉਹਦੇ ਵਿੱਚੋਂ ਸਾਡਾ ਜਿਹੜਾ ਨਾਮ ਚੱਕਿਆ ਜਾਵੇ। ਬਿਲਕੁਲ ਸਰ, ਆਲਰੇਡੀ ਅਸੀਂ ਐਲੀਜੀਬਲ ਹੈਗੇ ਆ, ਸਾਰਾ ਕੁਝ ਕਲੀਅਰ ਆ? ਸਾਰਾ ਕੁਝ ਕਲੀਅਰ ਆ ਸਰ। ਮਤਲਬ 10-12 ਹਜ਼ਾਰ ਬੱਚੇ ਨੇ ਟਰਾਇਲ ਕਲੀਅਰ ਕੀਤਾ ਸੀਗਾ 22-23 ਹਜ਼ਾਰ 'ਚੋਂ। ਤਾਂ ਆਈ ਥਿੰਕ ਵੀ ਸਾਰੇ ਹੀ ਵੀ ਅਸੀਂ ਕੋਈ ਇਹ ਤਾਂ ਹੈ ਨਹੀਂ ਵੀ ਇਕੱਲਾ ਪੇਪਰ ਦਿੱਤਾ ਉਹਦੇ ਤੋਂ ਮੈਰਿਟ ਆ ਗਈ ਅਸੀਂ ਚੱਕ ਕੇ ਤੁਰ ਪਏ। ਅਸੀਂ ਅੱਗੇ ਵੀ ਟਫ ਫਿਜ਼ੀਕਲ ਵੀ ਕਲੀਅਰ ਕੀਤਾ। ਤਾਂ ਮਤਲਬ ਅਸੀਂ ਵੀ ਇਹੀ ਮੰਗ ਕਰਦੇ ਹਾਂ ਵੀ ਵੇਟਿੰਗ ਲਿਸਟ ਜਾਰੀ ਕਰੋ। ਹੁਣ 4358 ਪੋਸਟਾਂ ਸੀਗੀਆਂ, 3200 ਦੇ ਮਮਸਮ ਫਿਲ ਹੋਈਆਂ। ਇਹਨਾਂ ਵਿੱਚੋਂ ਵੀ ਜਿਹੜੇ ਬੱਚੇ ਹੁਣ ਉੱਥੇ ਟ੍ਰੇਨਿੰਗ ਵੀ ਕਰ ਰਹੇ ਆ, ਆਲਰੇਡੀ ਟ੍ਰੇਨਿੰਗ ਕਰ ਰਹੇ ਆ, ਬੱਚੇ ਜੁਆਇਨ ਹੋ ਚੁੱਕੇ ਆ, ਟ੍ਰੇਨਿੰਗ ਕਰ ਰਹੇ, ਉਹਨਾਂ ਨੇ ਆ ਜਿਹੜੇ ਹੁਣ 14, 15, 16 ਨੂੰ ਪੇਪਰ ਹੋਏ ਆ, ਇੰਟੈਲੀਜੈਂਸ ਵਿੰਗ ਦੇ ਹੋ ਗਏ, ਸਬ ਇੰਸਪੈਕਟਰ, ਹੈੱਡ ਕਾਂਸਟੇਬਲ, ਇਹਨਾਂ ਉਹ ਦੀਆਂ ਟ੍ਰੇਨਿੰਗਾਂ ਛੱਡ ਕੇ ਪੇਪਰ ਦੇ ਕੇ ਆਏ ਆ। ਬਿਕੋਜ਼ ਉਹ ਮਜਬੂਰੀ ਬਸ ਉਹਨਾਂ ਨੇ ਜੁਆਇਨਿੰਗ ਤਾਂ ਲੈ ਲਈ ਇੱਧਰ, ਬਟ ਉਹਨਾਂ ਦਾ ਮਨ ਨਹੀਂ ਆ ਵੀ ਉਹ ਚਾਹੁੰਦੇ, ਉਹਨਾਂ ਨੂੰ ਪਤਾ ਵੀ ਅਸੀਂ ਐਲੀਜੀਬਲ ਹੈਗੇ ਆ, ਸਾਡੇ 'ਚ ਕੈਪੇਬਿਲਿਟੀ ਹੈਗੀ ਹੈਗੀ। ਹਾਂਜੀ ਜੀ ਬਾਈ ਜੀ, ਤੁਸੀਂ ਨੌਕਰੀ ਲੈਣੀ ਹੈ ਜੀ। ਫਿਰ ਬਾਈ ਹਾਂਜੀ ਬੋਲਿਆ ਕਰੋ ਨਾ ਯਾਰ, ਨੌਕਰੀ ਲੈਣੀ ਆ ਤੁਸੀਂ ਦੱਸੋ ਫਿਰ ਕੀ ਕਰਦੇ ਹੋ? ਉਡੀਕ ਹਜੇ ਵੀ ਤੁਹਾਨੂੰ? ਹਾਂਜੀ ਭਾਈ ਜੀ, ਵੇਟਿੰਗ ਲਿਸਟ ਦੀ ਉਡੀਕ ਕਰ ਰਹੇ ਹਾਂ। ਗਵਰਨਮੈਂਟ ਨੇ ਜਿਸ ਤਰ੍ਹਾਂ ਵਾਅਦਾ ਕੀਤਾ ਸੀ। ਕਿ ਉਮਰ ਕਿੰਨੀ ਹੋ ਗਈ? ਉਮਰ ਜੀ 26 ਸਾਲ ਹੋ ਗਈ ਜੀ। ਉਹ ਵੀ ਉਮਰ ਵੀ ਲੰਘੀ ਜਾਂਦੀ? ਬਸ ਲੰਘੀ ਜਾਂਦੀ ਹੈ ਜੀ ਉਮਰ, ਲਾਸਟ ਮੌਕਾ ਜੀ। ਹੁਣ ਘਰ ਦੇ ਕਿੰਨਾ ਕੁ ਟਾਈਮ ਦੇਖੀ ਜਾਣਗੇ, ਆਖਰੀ ਮੌਕਾ ਜੀ। ਪਹਿਲਾਂ ਵੀ ਦੇਖੀ ਸੀ ਭਰਤੀ, ਉਦੋਂ ਵੀ ਰਹਿ ਗਈ ਸੀ। ਲਟਕੇ ਹੋਏ ਨਹੀਂ ਮਹਿਸੂਸ ਕਰਦੇ ਆਪਦੇ ਆਪ ਨੂੰ? ਵੱਧ ਵਿਚਾਲੇ ਆ ਲੜਕੇ ਆ ਜੀ, ਹੁਣ ਦੇਖੀ ਜਾਂਦੇ ਆ, ਆਪਦੇ ਨਾਲ ਦੇਖੀ ਜਾਂਦੇ ਆ, ਸਾਰੇ ਬਾਹਰ ਚਲੀ ਜਾਂਦੇ ਆ, ਆਪਾਂ ਦੇਖਦੇ ਆ, ਆਪਾਂ ਇੱਥੇ ਬੈਠੇ ਆ, ਹਜੇ
ਆਪਾਂ ਨੂੰ ਆਇਆ ਵੀ ਸ਼ਾਇਦ ਨੌਕਰੀ ਲੈ ਲਈਏ, ਘਰਦਿਆਂ ਕੋਲ ਰਹਿ ਜਾਈਏ। ਜਿਵੇਂ ਬਾਈ ਹੋਰੇ ਦੱਸ ਰਹੇ, ਤੁਹਾਨੂੰ ਵੀ ਲੱਗਦਾ ਕਿ ਯਾਰ ਸ਼ਾਇਦ ਇੱਥੇ ਰਹਿ ਕੇ ਅਸੀਂ ਗਲਤੀ ਕਰ ਲਈ? ਬਿਲਕੁਲ ਹੀ ਲੱਗਦਾ ਬਾਈ ਜੀ। ਆਉਣਗੇ ਇਸ ਹਾਲ ਚੰਗਰੇ ਗੋਰੇ ਇੱਧਰ ਆ ਜਾਣਗੇ ਜੇ ਆਹ ਹਾਲ ਰਿਹਾ? ਦੇਖੀ ਜਾਂਦੇ ਆ ਜੀ, ਇੱਥੇ ਆਪਦਿਆਂ ਨੂੰ ਤਾਂ ਮਿਲਦੀ ਨਹੀਂ, ਉਹ ਕਿੱਥੋਂ ਆ ਜਾਣਗੇ ਜੀ। ਕਿਉਂ ਬਾਈ, ਲੱਗਦਾ ਵੀ ਗੋਰੇ ਆ ਜਾਣਗੇ ਇੱਧਰ? ਨਹੀਂ ਜੀ, ਬਿਲਕੁਲ ਨਹੀਂ ਆਉਣਗੇ ਜੀ। ਮਾਨ ਸਾਹਿਬ ਇੱਥੇ ਬੋਲ ਕੇ ਗਏ ਸੀ, ਬਠਿੰਡੇ ਹੀ ਬੋਲ ਕੇ ਗਏ ਸੀਗੇ, ਯੂਨੀਵਰਸਿਟੀ ਆਏ ਸੀਗੇ ਆਪਣੇ, ਵੀ ਜਿਹੜੇ ਗੋਰੇ ਆਪਣੇ ਇੱਥੇ ਆ ਕੇ ਵੀ ਜੌਬ ਕਰਨਗੇ। ਪਹਿਲਾਂ ਇਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਇੱਥੇ ਆ ਉਹਨਾਂ ਨੂੰ ਤਾਂ ਜੌਬ ਦਿਓ ਜੀ ਤੁਸੀਂ। ਵੀ ਹੁਣ ਬਾਈ, ਹੁਣ ਪਹਿਲਾਂ ਗੱਲ ਕਲੀਅਰ ਹੋ ਹੀ ਗਈ ਆਪਣੀ ਜੀ। 4358 ਪੋਸਟਾਂ ਆਈਆਂ ਸੀਗੀਆਂ ਜੀ, ਉਹਨਾਂ ਵਿੱਚ ਇਹਨਾਂ ਨੇ 3200 ਨੂੰ ਹੀ ਜੁਆਇਨ ਕਰਾਇਆ ਅਤੇ 1000 ਪੋਸਟ ਜਿਹੜੀ ਆਪਣੀ ਇਹ ਖਾਲੀ ਰਹਿ ਗਈ। ਅਤੇ ਇਹ ਹੁਣ ਮਾਨ ਸਾਹਿਬ ਨੂੰ ਸੋਚਣਾ ਚਾਹੀਦਾ। ਇਹ ਕਹਿੰਦੇ ਵੀ ਬੇਰੁਜ਼ਗਾਰੀ ਅਸੀਂ ਖਤਮ ਕਰਾਂਗੇ, ਅਸੀਂ ਵੱਧ ਤੋਂ ਵੱਧ ਰੁਜ਼ਗਾਰ ਦੇਵਾਂਗੇ, ਮੌਕੇ ਪੈਦਾ ਕਰਾਂਗੇ। ਅਤੇ ਫਿਰ ਇਹਨਾਂ ਨੂੰ ਸੋਚਣਾ ਚਾਹੀਦਾ ਜਿਹੜੀਆਂ 1000 ਪੋਸਟਾਂ ਖਾਲੀ ਨੇ ਪਹਿਲਾਂ ਉਹਨਾਂ ਨੂੰ ਫਿਲ ਕਰਨ। ਗੁਜਰਾਤ ਦੇ ਵਿੱਚ ਜਾ ਕੇ ਕਹਿੰਦੇ ਸੀ 20000 ਨੌਕਰੀਆਂ ਦੇਤੀਆਂ, ਉਹ ਫਿਰ ਕਿੱਧਰ ਭੱਗੀਆਂ ਨੌਕਰੀਆਂ? ਤੁਹਾਨੂੰ ਮਿਲੀਆਂ ਕਿਸੇ ਨੂੰ ਨੌਕਰੀਆਂ? ਸਰ ਐਂ ਆ, ਹੁਣ ਜਿਹੜੀਆਂ ਇਹ ਵੇਟਿੰਗ ਲਿਸਟ ਵਿੱਚ ਪਈਆਂ ਜੀ, ਗਿਣੀ ਇਹ 4358 ਜਾਂਦੇ ਆ ਜੀ, ਐਂ ਤਾਂ ਗਿਣਦੇ ਨਹੀਂ ਜੀ ਅਸੀਂ 3200 ਨੂੰ ਦਿੱਤੀਆਂ ਜੀ। ਉਹ ਗਿਣਤੀ ਉਹ ਟੋਟਲ ਕਰ ਰਹੇ ਆ, ਅਸੀਂ 4300 ਰੱਖ ਲਏ ਜਾਂ ਐਂ ਕਰ ਲਈ। ਹੁਣ ਮੈਂ ਪੇਪਰ ਦੇ ਗਿਆ ਸੀ, ਹੁਣ ਹੋਏ ਸੀਗੇ SI ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਦੇ ਪੇਪਰ ਹੋਏ ਸੀ। ਉਹਨਾਂ ਦੇ ਵਿੱਚ ਜਿਹੜੇ ਬੱਚੇ ਜੁਆਇਨਿੰਗ ਕਰ ਰੱਖੇ, ਮੇਰੇ ਅੱਗੇ ਹੀ ਬੱਚਾ ਬੈਠਾ ਸੀ, ਉਹ ਕਹਿੰਦਾ ਮੈਂ ਕਾਂਸਟੇਬਲ ਦੇ ਵਿੱਚ ਮੇਰੀ ਜੁਆਇਨਿੰਗ ਆ, ਅਤੇ ਐਗਜ਼ਾਮ ਫਿਰ ਵੀ ਦੇਣ ਆਇਆ ਸੀ। ਜੇ ਉਹਦੇ ਇੱਧਰ SI ਦੇ ਵਿੱਚ ਸਿਲੈਕਸ਼ਨ ਹੋਊਗੀ ਤਾਂ ਕਾਂਸਟੇਬਲ ਦੀ ਪੋਸਟ ਤਾਂ ਉਹਦੀ ਖਾਲੀ ਰਹੂਗੀ। ਵੀ ਇੱਕ ਖਰਾਬ ਕਰਤੀ ਉਹਨੂੰ ਪੋਸਟ ਇੱਕ ਹਿਸਾਬ ਦੀ। ਵੀ ਇੱਕ ਨਹੀਂ ਬੱਚਾ, ਬਹੁਤ ਤਰ੍ਹਾਂ ਦੇ ਬੱਚੇ ਇਹੋ ਜਿਹੇ ਆ ਜਿਹੜੇ ਕਿ ਕਾਂਸਟੇਬਲ ਦੇ ਵਿੱਚ ਜੁਆਇਨਿੰਗ ਆ ਜਾਂ ਕਿਸੇ ਹੋਰ ਜੋਬ ਦੇ ਵਿੱਚ ਨੇ, ਉਹ ਹਾਈ ਰੈਂਕ ਕਰਕੇ, ਜਿਵੇਂ SI ਦਾ ਰੈਂਕ ਹਾਈ ਆ ਜੀ, ਉਹ ਰੈਂਕ ਦੇ ਵਿੱਚ ਜਾਣਾ ਚਾਹੁੰਦੇ ਵੀ ਜਿਹਨੂੰ ਹੁਣ ਕਹਿੰਦੇ ਵੀ ਸਾਨੂੰ ਹਾਈ ਰੈਂਕ ਮਿਲੂਗਾ SI ਦਾ, ਉਹ ਕਾਂਸਟੇਬਲ ਦੀ ਜੋਬ ਨੂੰ ਲੈਫਟ ਕਰਕੇ SI ਦੇ ਵਿੱਚ ਜਾਣਗੇ। ਉਹ ਕਾਂਸਟੇਬਲ ਦੀ ਜਿਹੜੀ ਜੋਬ ਖਰਾਬ ਹੋ ਗਈ ਇੱਕ ਸੀਟ, ਉਹੀ ਜੇ ਵੇਟਿੰਗ ਲਿਸਟ ਰੱਖਣ, ਜਿਹੜੀ ਉਹ ਸੀਟ ਖਾਲੀ ਹੋਈ ਆ ਉਹ ਨੈਕਸਟ ਬੰਦਾ ਜਿਹੜਾ ਵੀ ਕੋਈ ਬੰਦਾ ਵੀ ਜਿਹੜੀ ਹੈਗੀ ਆ ਵੀ ਉਹਨੂੰ ਦਿੱਤੀ ਜਾਵੇ। ਸਾਡੀ ਇਹੀ ਇਹਨਾਂ ਮਾਨ ਸਾਹਿਬ ਦਾ ਇੱਕ ਬੇਨਤੀ ਆ ਵੀ ਇਹ ਸਾਡੀ ਬੇਨਤੀ ਨੂੰ ਮੰਨਣ, ਨਹੀਂ ਫਿਰ ਸਾਨੂੰ ਕੋਈ ਸੰਘਰਸ਼ ਦੇਖਣਾ ਪਊਗਾ ਜੀ। ਜਿਵੇਂ ਕਹਿੰਦੇ ਸੀ ਆਮ ਲੋਕਾਂ ਦੀ ਅਸੀਂ ਸੁਣਿਆ ਕਰਾਂਗੇ, ਜਿਹੜੀ ਸਰਕਾਰ ਆ ਉਹ ਸੱਥਾਂ ਤੋਂ ਚੱਲਿਆ ਕਰੂਗੀ, ਅਸੀਂ ਨਹੀਂ ਉਹਨਾਂ ਵਾਂਗੂ ਕਰਦੇ ਜਿਵੇਂ ਕੈਪਟਨਾਂ ਨੇ ਕੀਤਾ, ਬਾਦਲਾਂ ਨੇ ਕੀਤਾ, ਕਾਂਗਰਸ ਨੇ ਕੀਤਾ। ਹੁਣ ਲੱਗਦਾ, ਤੁਹਾਨੂੰ ਲੱਗਿਆ ਕਿਤੇ ਮਾੜਾ ਮੋਟਾ ਬਦਲਾਅ ਆਇਆ ਹੋਵੇ? ਕਿਉਂਕਿ ਨੌਜਵਾਨੀ ਸੀ ਵੱਡੇ ਪੱਧਰ 'ਤੇ ਜਿਨ੍ਹਾਂ ਨੇ ਇਹਨੂੰ ਵੋਟਾਂ ਪਾਈਆਂ ਸੀ। ਹਾਂਜੀ, ਵੋਟਾਂ ਤਾਂ ਸਾਰੇ ਨਹੀਂ ਪਾਈਆਂ ਸੀ ਜਿੰਨੇ ਖੜੇ ਆ, ਵੀ ਸਾਰੇ ਹੀ ਬਦਲਾਅ ਚਾਹੁੰਦੇ ਸੀ। ਵੀ ਜਿਵੇਂ ਆਪਾਂ ਪੁਰਾਣੀਆਂ ਸਰਕਾਰਾਂ ਦੇਖਦੇ ਹਾਂ ਜੀ, ਇਹ ਕੈਪਟਨ ਸਰਕਾਰ ਦੇ ਵਿੱਚ ਇਹ ਜਿਹੜੀਆਂ ਪੋਸਟਾਂ ਨਿਕਲੀਆਂ ਸੀਗੀਆਂ ਜੀ, ਅਤੇ ਚੰਨੀ ਸਾਹਿਬ ਆਏ, ਸਾਰਿਆਂ ਨੂੰ ਉਮੀਦ ਹੋ ਗਈ ਚੰਨੀ ਸਾਹਿਬ ਕੁਝ ਕਰਕੇ ਜਾਣਗੇ, ਰੱਖ ਕੇ ਜਾਣਗੇ ਜੀ। ਉਹਨਾਂ ਨੇ ਵੀ ਵਿੱਚ ਹੀ ਲਟਕਾਤਾ ਕੰਮ ਜੀ। ਚਲੋ ਹੁਣ ਇਹਨਾਂ ਨੇ ਐਗਜ਼ਾਮ ਲਿਆ, ਚਲੋ ਕੁਛ ਬੱਚੇ ਇਹਨਾਂ ਨੇ ਜੁਆਇਨਿੰਗ ਕਰਾਏ, ਅਸੀਂ ਇੰਨੀ ਕਹਿੰਦੇ ਵੀ ਨਹੀਂ ਕਰਾਏ ਵੀ, ਪਰ ਜਿਹੜੇ ਵੇਟਿੰਗ ਲਿਸਟ ਆ ਵੀ ਜੇ ਇਹਨਾਂ ਬੱਚਿਆਂ ਨੂੰ ਜੁਆਇਨ ਕਰਾਉਂਦੇ ਆ ਜੀ, ਜਿਹੜੀਆਂ ਹੁਣ ਨੈਕਸਟ ਪੋਸਟਾਂ ਜਿਵੇਂ ਹੁਣ PSSB ਕਲਰਕ ਆ ਜਾਂ BDO ਜਾਂ ਐਕਸਾਈਜ਼ ਇੰਸਪੈਕਟਰ ਆ, ਜਿਹੜਾ ਬੰਦਾ ਹੁਣ ਇੱਧਰ ਜੁਆਇਨ ਕਰ ਜੂ, ਉੱਧਰ ਕੰਪੀਟੀਸ਼ਨ ਘੱਟ ਜੂਗਾ ਜੀ। ਵੀ ਉੱਧਰ ਕੰਪੀਟੀਸ਼ਨ ਘੱਟ ਜੂ, ਵੀ ਜਿਹੜਾ ਬੱਚਾ ਇੱਧਰ ਜੁਆਇਨ ਹੋ ਗਿਆ ਉਹ ਉੱਧਰ ਐਗਜ਼ਾਮ ਦੇਣ ਨਹੀਂ ਜਾਊਗਾ ਜੀ। ਇੱਕ ਇਹਨਾਂ ਨੇ ਹੋਰ ਕੀਤਾ, ਜਿਹੜਾ ਹੁਣ 14, 15, 16 ਨੂੰ ਐਗਜ਼ਾਮ ਹੋਇਆ ਜੀ, ਇਹਨਾਂ ਨੇ ਚੱਕ ਕੇ ਸਾਰਿਆਂ ਨੂੰ 200, 300 ਕਿਲੋਮੀਟਰ ਤੱਕ ਭੇਜਤਾ ਜੀ। ਬਹੁਤੇ ਬੱਚੇ ਐਗਜ਼ਾਮ ਦੇਣ ਨਹੀਂ ਗਏ ਜੀ, ਨਹੀਂ ਪਹੁੰਚੇ, ਕਿਉਂਕਿ ਹੁਣ ਸਾਰੇ ਬੇਰੁਜ਼ਗਾਰ ਆ ਜੀ। ਹੁਣ ਪਹਿਲਾਂ ਘਰਦਿਆਂ ਤੋਂ ਲੈ ਕੇ ਪਹਿਲਾਂ ਆਪਣੇ ਪੰਜਾਬ ਦੀ ਤੁਹਾਨੂੰ ਪਤਾ ਹੀ ਹੈ ਫੀਸਾਂ ਕਿੰਨੀਆਂ ਜੀ, 1500, 2000 ਤੋਂ ਘੱਟ ਇਹ ਫੀਸ ਨਹੀਂ ਭਰਾਉਂਦੇ ਐਗਜ਼ਾਮ ਦੀ। ਬਾਅਦ 'ਚ ਹੁਣ ਕਿਰਾਇਆ ਭਾੜਾ ਕਿੰਨਾ ਲੱਗ ਜਾਂਦਾ ਜੀ। ਹੁਣ 3 ਐਗਜ਼ਾਮ ਇਹਨਾਂ ਨੇ ਇਕੱਠੇ ਲੈ ਲਏ, ਵੀ SI ਦਾ, ਹੈੱਡ ਕਾਂਸਟੇਬਲ ਦਾ, ਕਾਂਸਟੇਬਲ ਦਾ, ਤਿੰਨੋਂ ਐਗਜ਼ਾਮ ਇਹਨਾਂ ਨੇ ਇਕੱਠੇ ਲਏ। ਹੁਣ ਬੱਚੇ ਜਿਹੜੇ ਗਰੀਬ ਘਰਾਂ ਦੇ ਬੱਚੇ ਆ ਜੀ, ਇਹਨਾਂ ਨੇ ਐਂ ਨਹੀਂ ਸੋਚਣਾ ਚਾਹੀਦਾ ਵੀ ਕਿੱਥੇ ਜਾ ਕੇ ਰਹਿਣਗੇ 3-3, 4-4 ਦਿਨ, ਵੀ ਇੰਨਾ ਉਹਨਾਂ ਕੋਲੇ ਪੈਸਾ ਕਿੱਥੋਂ ਘਰਦਿਆਂ ਤੋਂ ਲੈਣਗੇ, ਕਿੱਥੋਂ ਮੰਗਣਗੇ। ਇਹਨਾਂ ਨੇ ਕੁਛ ਵੀ ਬੱਚਿਆਂ ਦੇ ਭਵਿੱਖ ਬਾਰੇ ਕੁਛ ਵੀ ਨਹੀਂ ਸੋਚ ਰਹੀ ਇਹ। ਹੁਣ ਜੇ ਇਹੀ ਕਹਿਣਾ ਚਾਹੁੰਦੇ ਵੀ ਹੁਣ ਜਿਹੜੀਆਂ ਹੁਣ ਇੱਕ ਤਾਂ ਇਹ ਸਾਡੀ ਮੰਗ ਹੈ ਵੀ ਜਿਹੜੀ ਆਹ 1000 ਵੀ ਪੋਸਟ ਖਾਲੀ ਆ, ਇਹਨਾਂ ਨੂੰ ਫਿਲਅਪ ਕੀਤਾ ਜਾਵੇ। ਜਿਹੜੀ ਹੁਣ ਸਾਡੀ ਨੈਕਸਟ ਜੋ ਐਗਜ਼ਾਮ ਹੋਇਆ ਉਹਨਾਂ ਦੀ ਵੀ ਵੇਟਿੰਗ ਲਿਸਟ ਜਾਰੀ ਕੀਤੀ, ਕਿਉਂਕਿ ਜਿਹੜੇ ਬੱਚੇ ਆ ਜੀ, ਹੁਣ ਜਾਣ ਲਓ ਮੈਂ ਵੀ ਬੇਰੁਜ਼ਗਾਰ, ਸਾਰੇ ਬੇਰੁਜ਼ਗਾਰ ਆ ਜੀ। ਜਿੰਨੀਆਂ ਪੋਸਟਾਂ ਹੁੰਦੀਆਂ ਇਹਨਾਂ ਨੇ SI ਦੀ ਕੱਢੀ, ਕਾਂਸਟੇਬਲ ਦੀ ਕੱਢੀ, ਹੈੱਡ ਕਾਂਸਟੇਬਲ, ਸਾਰੀਆਂ ਸਾਰੇ ਬੱਚਿਆਂ ਨੇ ਫਿਲ ਕੀਤੀਆਂ ਜੀ। ਹੁਣ ਜਿਹੜਾ ਇੰਟੈਲੀਜੈਂਟ ਬੱਚਾ ਜੀ ਉਹ ਤਾਂ 4 ਦੇ ਵਿੱਚ ਹੀ ਆਊਗਾ ਜੀ, ਕਲੀਅਰ ਕਰੂਗਾ, ਉਹ 4 ਟਰਾਇਲ ਦੇਊਗਾ ਜੀ। ਰੱਖਣਾ ਤਾਂ ਜੋਬ ਤਾਂ ਉਹਨੇ 1 ਹੀ ਲੈਣੀ ਹੈ ਜੀ, ਅਤੇ ਉਹ 3 ਪੋਸਟਾਂ ਉਹਦੀਆਂ ਵੀ ਖਰਾਬ ਹੋ ਰਹੀਆਂ ਜੀ। ਸੋ ਇਹੀ ਮੰਗ ਆ ਵੀ ਜਿਹੜੀ ਇਹ ਪਹਿਲਾਂ SI ਦੀ ਜਿਹੜੀ ਹੈਗੀ ਭਰਤੀ ਨੂੰ ਕੰਪਲੀਟ ਕਰਨ, ਉਹਦੇ ਵਿੱਚ ਬੱਚਿਆਂ ਨੂੰ ਜੁਆਇਨਿੰਗ ਕਰਾਉਣ, ਉਦੋਂ ਬਾਅਦ ਹੈੱਡ ਕਾਂਸਟੇਬਲ ਦੀ, ਉਦੋਂ ਬਾਅਦ ਕਾਂਸਟੇਬਲ ਦੀ, ਫਿਰ ਹੀ ਇਹਨਾਂ ਦੀ ਹੋਊਗੀ। ਨਹੀਂ ਫਿਰ ਇਹਨਾਂ ਨੂੰ ਵੇਟਿੰਗ ਲਿਸਟ ਜਾਰੀ ਕਰਨੀ ਪਊਗੀ ਸਾਰੇ ਬੱਚਿਆਂ ਨੂੰ। ਜਿਹੜੇ ਬੱਚੇ ਰਹਿ ਜਾਂਦੇ ਆ ਉਹਨਾਂ ਨੂੰ ਵੇਟਿੰਗ ਲਿਸਟ ਦੇ ਵਿੱਚ ਰੱਖਣ ਅਤੇ ਦੁਬਾਰਾ ਉਹਨਾਂ ਨੂੰ ਬੁਲਾਇਆ ਜਾਵੇ। ਕਿਹਨੂੰ ਪਾਈ ਸੀ ਵੋਟ ਬਾਈ? ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ, ਤੁਸੀਂ ਸਾਡੀ ਜਿਹੜੀ ਗੱਲ ਹੈ ਉਹ ਸਰਕਾਰ ਤੱਕ ਪਹੁੰਚਾਉਣ ਲਈ ਆਏ ਹੋ। ਵੋਟ ਦੀ ਗੱਲ ਕਰਦੇ ਹਾਂ ਜੀ। ਵੋਟ ਤਾਂ ਕੋਈ ਟਾਈਮ ਸੀ ਜਦੋਂ ਅਸੀਂ ਵੀ ਸੋਚਦੇ ਹੁੰਦੇ ਸੀ ਵੀ ਯਾਰ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ, ਅਸੀਂ ਬਦਲਾਅ ਚਾਹੁੰਦੇ ਸੀ। ਇਸ ਬਦਲਾਅ ਦੇ ਕਰਕੇ ਅਸੀਂ ਪ੍ਰਚਾਰ ਵੀ ਕੀਤਾ, ਸਪੋਰਟ ਵੀ ਕੀਤੀ, ਵੋਟ ਵੀ ਕੀਤੀ, ਅਤੇ ਆਮ ਆਦਮੀ ਨੂੰ ਮਤਲਬ ਸੱਤਾ ਦੇ ਵਿੱਚ ਲੈ ਕੇ ਆਏ ਸੀ। ਸਾਨੂੰ ਉਮੀਦ ਸੀ ਵੀ ਕੁਛ ਨਾ ਕੁਛ ਕਰਨਗੇ, ਪਰ ਇਹਨੇ ਕੀਤਾ ਤਾਂ ਹੈ, ਪਰ ਉਹ ਨਹੀਂ ਕੀਤਾ ਜੋ ਚਾਹੁੰਦੇ ਸੀ। ਕਿਉਂਕਿ ਕੋਈ ਵੀ ਕ੍ਰਾਂਤੀਕਾਰੀ ਉਹਨਾਂ ਚਿਰ ਹੀ ਕ੍ਰਾਂਤੀਕਾਰੀ ਹੈ, ਤੁਹਾਡੀ ਗੱਲ ਵਿੱਚ ਹੈ ਜੀ।
ਜਦੋਂ ਕੋਈ ਵੀ ਕ੍ਰਾਂਤੀਕਾਰੀ ਉਨਾ ਚਿਰ ਕ੍ਰਾਂਤੀਕਾਰੀ ਹੈ ਜਿੰਨਾ ਚਿਰ ਉਹਦੇ ਕੋਲ ਪਾਵਰ ਨਹੀਂ। ਜਦੋਂ ਉਹਨੂੰ ਆਪਾਂ ਕੁਰਸੀ ਤੇ ਬਾਤਾ ਤਾਂ ਉਹ ਕ੍ਰਾਂਤੀਕਾਰੀ ਗੱਲਾਂ ਛੱਡ ਜਾਂਦਾ, ਬਸ ਆਪਦੀ ਸੱਤਾ ਬਾਰੇ ਸੋਚਦਾ ਨਹੀਂ ਮੈਂ ਕੁਰਸੀ ਤੇ ਕਿਵੇਂ ਸਟੇਬਲ ਕਰ ਸਕਦਾ। ਇਹੀ ਗੱਲ ਇਹਨਾਂ ਨਾਲ ਕੀਤੀ ਜੀ। ਇਹਨਾਂ ਨੇ ਕੀ ਕੀਤਾ ਜੀ, ਇੱਕ ਵਾਰ ਤਾਂ ਸਾਨੂੰ ਬਹੁਤ ਵਧੀਆ ਵਾਅਦੇ ਕੀਤੇ, ਅਸੀਂ ਵੋਟਾਂ ਲੈ ਕੇ ਆਹ ਕਰਾਂਗੇ ਜੇ ਕਰਾਂਗੇ, ਸਾਡੇ ਕੋਲ ਪ੍ਰੂਫ ਨੇ, ਅਸੀਂ ਬਕਾਇਦਾ ਮਿਲ ਕੇ ਆਏ ਹਾਂ। ਉਦੋਂ ਇਹਨਾਂ ਦੇ ਵਿਚਾਰ ਹੋਰ ਸੀ, ਪਰ ਹੁਣ ਜਦੋਂ ਇਹਨਾਂ ਨੂੰ ਅਸੀਂ ਮਿਲਣ ਜਾਂਦੇ ਹਾਂ, ਸਾਡੀ ਗੱਲ ਸੁਣ ਕੇ ਸਾਤੋਂ ਮੰਗ ਪੱਤਰ ਲੈ ਲੈਂਦੇ ਨੇ, ਪਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਸੱਤਾ ਦੇ ਵਿੱਚ ਤੁਸੀਂ ਦੇਖ ਲਓ ਜੀ ਵੀ ਕੰਮ ਇਹਨਾਂ ਨੇ ਕੀਤੇ ਕੀ ਨੇ ਜੀ, ਕੀ ਕਹਿ ਸਕਦੇ ਆਪਾਂ। ਸਾਰੇ ਨੌਜਵਾਨ ਨੇ ਜਿਹੜੇ ਬੇਰੁਜ਼ਗਾਰ ਫਿਰਦੇ ਨੇ, ਇਹ ਕਹਿੰਦੇ ਅਸੀਂ 20,000 ਬੰਦੇ ਜੁਆਇਨ ਕਰਾਤੇ, 40,000 ਬੰਦੇ ਜੁਆਇਨ ਕਰਾਤੇ। ਉਹ ਇੱਕ ਪਾਰਦਰਸ਼ੀ ਢੰਗ ਨਾਲ ਕਹਿ ਸਕਦੇ ਵੀ ਕਰਾਤੇ, ਪਰ ਦਰਅਸਲ ਵਿੱਚੋਂ ਦੇਖਿਆ ਵਾ ਵੀ 4300, ਜਿਵੇਂ ਪਹਿਲਾਂ ਦੱਸ ਹੀ ਦਿੱਤਾ ਇਹਨਾਂ ਨੇ ਵੀ 4300 ਭਰਤੀ ਸੀ ਜਿਹੜੀ ਕਾਂਸਟੇਬਲ ਦੀ ਜੁਆਇਨ ਕਰਾਈ ਸੀ, ਉਹ 4300 ਦੇ ਵਿੱਚੋਂ 1000 ਬੰਦਾ ਹਜੇ ਤੱਕ ਮਤਲਬ ਛੱਡ ਚੁੱਕਿਆ ਪੋਸਟ ਨੂੰ। ਠੀਕ ਹੈ ਜੀ। ਐਵੇਂ ਹੀ ਦੂਜੀਆਂ ਭਰਤੀਆਂ ਦੇ ਵਿੱਚ ਹੋਇਆ ਜੀ, ਮੋਸਟਲੀ 40% ਛੱਡ ਚੁੱਕੇ ਨੇ। ਸਾਡੀ ਸਰਕਾਰ ਨੂੰ ਇਹੀ ਮੰਗ ਹੈ ਜੀ ਵੀ ਜਿਹੜੇ ਇਹ ਕਾਂਸਟੇਬਲ ਭਰਤੀ ਦੇ ਵਿੱਚ 1000 ਸੀਟਾਂ ਖਾਲੀ ਰਹਿ ਚੁੱਕੀਆਂ, ਇਹ ਭਰੀਆਂ ਜਾਣ। ਇਹ ਸੀਟਾਂ ਹੋਰ ਵੀ ਖਾਲੀ ਹੋਣਗੀਆਂ। ਤੁਹਾਡੇ ਦੇਖਦੇ ਦੇਖਦੇ ਜਿੰਨਾ ਚਿਰ ਹੁਣ 14, 15, 16 ਨੂੰ ਪੇਪਰ ਹੋਏ ਸੀਗੇ, ਉਹਦੇ ਵਿੱਚ ਉਹ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਜਿਹੜੇ ਪਹਿਲਾਂ ਕਾਂਸਟੇਬਲ ਜੁਆਇਨ ਕਰ ਚੁੱਕੇ ਨੇ। ਠੀਕ ਹੈ ਜੀ। ਹੁਣ ਉਹ ਉੱਪਰਲੀ ਪਦਵੀ ਤੇ ਉੱਪਰਲੀ ਪੋਸਟ 'ਤੇ ਆਉਣ ਦੇ ਲਈ ਉਹ ਪੇਪਰ ਕਰੈਕ ਵੀ ਕਰ ਚੁੱਕੇ ਨੇ, ਨੰਬਰ ਵੀ ਵਧੀਆ ਨੇ ਉਹਨਾਂ ਦੇ। ਸਾਡੇ ਕੋਲ ਪ੍ਰੂਫ ਨੇ ਵੀ ਉਹ ਬੱਚੇ ਕਹਿ ਰਹੇ ਨੇ ਵੀ ਸਾਡਾ ਜੇ ਕਾਂਸਟੇਬਲ ਛੱਡ ਕੇ ਇਹਦੇ ਵਿੱਚ ਰੈਂਕ ਆਉਂਦਾ ਤਾਂ ਅਸੀਂ ਜੁਆਇਨ ਕਰਾਂਗੇ। ਪਰ ਜੇ ਆਪਾਂ ਦੇਖੀਏ ਜੀ ਵੀ ਇਹ ਬੱਚੇ ਸਾਰੇ ਨੇ ਅੱਧੇ ਅੱਧੇ ਨੰਬਰ ਦੇ ਨਾਲ ਉਹ ਕਾਂਸਟੇਬਲ ਦੀ ਸੀਟ ਤੋਂ ਵਾਂਝੇ ਰਹਿ ਚੁੱਕੇ ਨੇ। ਕੀ ਇਹਨਾਂ ਦਾ ਹੱਕ ਨਹੀਂ ਹੈਗਾ ਉਹ ਪੋਸਟ 'ਤੇ ਬਹਿਣ ਦਾ ਜੀ? ਸਾਡੀ ਸਰਕਾਰ ਨੂੰ ਇਹੀ ਮੰਗ ਹੈ ਜੀ ਵੀ ਇਹ ਪੋਸਟਾਂ ਨੂੰ ਕੰਪਲੀਟ ਕੀਤਾ ਜਾਵੇ। ਇਹ ਬੱਚਿਆਂ ਦੀ ਅੱਖਾਂ ਦੇ ਵਿੱਚੋਂ ਹੰਝੂ ਮੈਂ ਆਪ ਦੇਖੇ ਨੇ ਜੀ। ਕਾਰਨ ਕੀ ਸੀਗਾ ਵੀ ਕਾਰਨ ਇਹ ਸੀਗਾ ਵੀ ਇਹ ਬੱਚੇ ਸਾਰੇ ਗਰੀਬ ਘਰ ਤੋਂ ਬਿਲੋਂਗ ਕਰਦੇ ਨੇ, ਕਿਸੇ ਦੀ ਉਮਰ 29 ਸਾਲ ਆ, ਕਿਸੇ ਦੀ 28 ਸਾਲ ਆ। ਇਹ ਬੱਚੇ ਤੁਹਾਨੂੰ ਮਿਲ ਜਾਣਗੇ ਇੱਥੇ ਜੀ। ਸਾਡੀ ਸਰਕਾਰ ਨੂੰ ਇਹ ਉਮੀਦ ਹੈ ਜੀ ਵੀ ਇਹਨਾਂ ਨੂੰ ਜੇ ਨਸ਼ੇ ਤੋਂ ਬਚਾਉਣਾ, ਜਿਨ੍ਹਾਂ ਨੂੰ ਗੁੰਡਾਗਰਦੀ ਤੋਂ ਬਚਾਉਣਾ, ਤਾਂ ਇਹਨਾਂ ਨੂੰ ਓਪਰਚੁਨਿਟੀ ਦਿੱਤੀ ਜਾਵੇ, ਇਹਨਾਂ ਨੂੰ ਕੋਈ ਪੋਸਟ ਬਿਠਾਇਆ ਜਾਵੇ। ਜੇ ਨਾ ਮਿਲਿਆ, ਜੇ ਨਾ ਮਿਲਦੀ ਆ ਫਿਰ ਉਦੋਂ ਬਾਅਦ ਹੱਲ ਕੀ ਆ? ਇਹਨਾਂ ਦਾ ਹੱਲ ਕੁਝ ਨਹੀਂ ਕਹਿ ਸਕਦੇ ਜੀ। ਕਾਰਨ ਕੀ ਆ, ਹੁਣ ਇਹ ਨਾ ਤਾਂ ਬਾਹਰ ਜਾ ਸਕਦੇ ਨੇ, ਗਰੀਬ ਘਰਾਂ ਦੇ ਬੱਚੇ ਨੇ, ਇਹ ਕੁਛ ਕਰ ਵੀ ਨਹੀਂ ਸਕਦੇ, ਕਿਉਂਕਿ ਕੋਈ ਆਪਾਂ ਨੂੰ ਲਾ ਲਓ ਤੁਸੀਂ ਬਿਜ਼ਨਸ ਕਰਨ ਦੇ ਲਈ 10-15 ਲੱਖ ਰੁਪਏ ਦੀ ਲੋੜ ਹੈ, ਇਹਨਾਂ ਕੋਲ 10-15 ਲੱਖ ਹੈ ਨਹੀਂ। ਅਸੀਂ ਖੁਦ ਗਰੀਬ ਘਰਾਂ ਦੇ ਬਿਲੋਂਗ ਕਰਦੇ ਹਾਂ ਜੀ, ਸਾਡੇ ਕੋਲ 5-7 ਲੱਖ ਰੁਪਏ ਇਸ ਟਾਈਮ ਇਕੱਠਾ ਹੈ ਨਹੀਂਗਾ, ਭਾਵੇਂ ਇਹ ਫਸਲਾਂ ਵੇਚ ਕੇ ਆਏ ਨੇ। ਸਾਡੀ ਮੰਗ ਇਹੀ ਹੈ ਜੀ ਵੀ ਜੇ ਸਰਕਾਰ ਨੇ ਇਹਨਾਂ ਨੌਜਵਾਨਾਂ ਨੂੰ ਗੁੰਡਾਗਰਦੀ ਤੋਂ, ਨਸ਼ਿਆਂ ਤੋਂ ਬਚਾਉਣਾ ਤਾਂ ਇਹਨਾਂ ਪੋਸਟਾਂ ਨੂੰ, ਇਹਨਾਂ ਦੀ ਭਰਪਾਈ ਕੀਤੀ ਜਾਵੇ। ਇਹ ਜਿਹੜੀ 1000 ਕਾਂਸਟੇਬਲ ਦੀ ਸੀਟ ਖਾਲੀ ਪਈ ਹੈ ਜੀ, ਇਹਨੂੰ ਭਰਿਆ ਜਾਵੇ। ਇਸ ਹਿਸਾਬ ਨਾਲ ਜਿਵੇਂ ਭਗਵੰਤ ਸਿੰਘ ਮਾਨ ਨੇ ਬਿਆਨ ਦਿੱਤਾ ਸੀ, ਫਿਰ ਇਸ ਹਿਸਾਬ ਨਾਲ ਗੋਰੇ ਆਉਣਗੇ ਇੱਧਰਲੇ ਪਾਸੇ ਆਪਣੇ ਵਾਲੇ ਖਿੱਤੇ 'ਚ ਬਾਈ? ਤੁਸੀਂ ਦੇਖ ਸਕਦੇ ਹੋ ਜੀ ਵੀ ਗੋਰੇ ਆਉਣ ਨਾ ਆਉਣ, ਪਰ ਤੁਸੀਂ ਪੋਸਟ ਵੀ ਦੇਖੀ ਹੋਊਗੀ ਵੀ ਕੱਲ੍ਹ ਪਰਸੋਂ ਯੂਪੀ ਦੇ ਲੋਕਾਂ ਨੇ ਜ਼ਿਮੀਂਦਾਰ ਨਾਲ ਬਹੁਤ ਧੱਕਾ ਕੀਤਾ, ਵੀ ਯੂਪੀ ਦੇ ਲੋਕ ਇੱਧਰ ਜ਼ਰੂਰ ਆ ਜਾਣਗੇ। ਉਹ ਮੈਂ ਗਰੰਟੀ ਲੈਣਾ, ਮੈਂ ਲਿਖ ਕੇ ਦੇ ਸਕਦਾ ਵੀ ਅੱਜ ਤੋਂ 5 ਸਾਲ ਦੇ ਵਿੱਚ ਇਹ ਸਾਡੇ ਸ਼ਹਿਰਾਂ ਦੇ ਵਿੱਚ MC ਸਰਪੰਚ ਇਹ ਬਣਨਗੇ, ਅਤੇ ਉਸ ਤੋਂ ਬਾਅਦ ਸਾਡੇ ਕੋਲ ਸਾਨੂੰ ਇਹ ਕੁੱਟ ਕੇ ਕੱਢਣਗੇ ਜੀ। ਕੋਈ ਇਹਨਾਂ ਨੂੰ ਰੋਕ ਨਹੀਂ ਸਕਦਾ, ਨਾ ਅਸੀਂ ਰੋਕ ਸਕੀ, ਨਾ ਸਰਕਾਰਾਂ ਰੋਕ ਸਕੀਆਂ, ਕਿਉਂਕਿ ਸੱਤਾਂ ਦੇ ਵਿੱਚ ਵੀ ਇਹੀ ਬੈਠਣਗੇ। ਹਾਂਜੀ ਜੀ। ਸੋ ਇਹ ਨੌਜਵਾਨਾਂ ਦੇ ਹਾਲਾਤ ਨੇ। ਨੌਜਵਾਨ ਜਿਹੜੇ ਉਡੀਕ ਕਰਦੇ ਨੇ, ਜਿਵੇਂ ਮੈਂ ਕਿਹਾ ਨਾ ਕਿ ਹਾਲੇ ਲਟਕ ਰਹੇ ਨੇ ਅੱਧ ਵਿਚਾਲੇ। ਮਾਪਿਆਂ ਨੂੰ ਇਹ ਆ ਕਿ ਸਾਡੇ ਪੁੱਤ ਨੂੰ ਨੌਕਰੀ ਮਿਲੀ ਆ, ਪਰ ਵੇਟਿੰਗ ਲਿਸਟ ਦੇ ਵਿੱਚ ਅੱਧ ਵਿਚਕਾਰੇ ਹਾਲੇ ਲਟਕੀ ਜਾਂਦੇ ਨੇ। ਕਹਿੰਦੇ ਨੇ ਜੋ ਪਹਿਲੀ ਸਰਕਾਰ ਨੇ ਕੀਤਾ ਉਵੇਂ ਦਾ ਉਵੇਂ ਹੋਣ ਵਾਲੀ ਸਰਕਾਰ ਕਰ ਰਹੀ ਆ। ਵੋਟਾਂ ਤੋਂ ਪਹਿਲਾਂ ਕਿਹਾ ਬੜਾ ਕੁਛ ਸੀ, ਪਰ ਵੋਟਾਂ ਤੋਂ ਬਾਅਦ ਪੱਲੇ ਜਿਹੜਾ ਉਹ ਕੁਛ ਵੀ ਨਹੀਂ ਪਿਆ। ਕਿਉਂਕਿ ਕਹਿੰਦੇ ਨੇ ਕਿ ਸਾਡੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਨਾ ਆ, ਸਾਡੀ ਨੌਜਵਾਨੀ ਨੂੰ ਜਿਹੜਾ ਆ ਬਾਹਰਲੇ ਦੇਸ਼ਾਂ ਤੋਂ ਮੋੜਨਾ ਆ, ਸਾਡੀ ਨੌਜਵਾਨੀ ਦੇ ਹੱਥਾਂ ਦੇ ਵਿੱਚ ਟਿਫਨ ਫੜਾਉਣੇ ਨੇ। ਇਹੀ ਭਗਵੰਤ ਸਿੰਘ ਮਾਨ ਕਹਿੰਦੇ ਹੁੰਦੇ ਸੀ, ਪਰ ਇਹਨਾਂ ਦੇ ਹੱਥਾਂ ਦੇ ਵਿੱਚ ਟਿਫਨ ਤਾਂ ਹਾਲੇ ਤੱਕ ਨਹੀਂ ਹੈਗੇ। ਇਹਨਾਂ ਦੇ ਹੱਥਾਂ ਦੇ ਵਿੱਚ ਵੇਟਿੰਗ ਲਿਸਟ ਆ, ਇਹਨਾਂ ਦੇ ਹੱਥਾਂ ਦੇ ਵਿੱਚ ਉਹ ਸਬੂਤ ਨੇ, ਉਹ ਪ੍ਰੂਫ ਨੇ ਜਿਹੜੇ ਕਹਿੰਦੇ ਨੇ ਕਿ ਇਹਨਾਂ ਨੇ ਵਾਅਦੇ ਝੂਠੇ ਕੀਤੇ ਆ। ਪਹਿਲਾਂ ਕੁਝ ਹੋਰ ਕਿਹਾ ਸੀ, ਹੁਣ ਕੁਝ ਜਿਹੜੇ ਹੈਗੇ ਉਹ ਹੋਰ ਕਹਿ ਰਹੇ ਨੇ। ਤਾਂ ਉਡੀਕ ਕਰ ਰਹੇ ਨੇ ਹਾਲੇ ਵੀ ਕਿ ਇੱਕ ਕਿਰਨ ਜਾਗਦੀ ਆ, ਹੈਗੀ ਆ ਇੱਕ ਕਿਰਨ ਦਿਸਦੀ ਆ ਸਾਨੂੰ ਕਿ ਸ਼ਾਇਦ ਸਾਨੂੰ ਕਿਤੇ ਨਾ ਕਿਤੇ ਨੌਕਰੀ ਜਿਹੜੀ ਆ ਉਹ ਦਿੱਤੀ ਜਾਵੇ। ਸਾਰਾ ਕੁਝ ਨੌਜਵਾਨ ਜਿਹੜੇ ਆ ਕਲੀਅਰ ਕਰੀ ਬੈਠੇ ਆ, ਕਹਿੰਦੇ ਆ ਸਿਰਫ ਸਾਨੂੰ ਜੁਆਇਨਿੰਗ ਲੈਟਰ ਜਿਹੜੇ ਆ ਉਹ ਦਿੱਤੇ ਜਾਣ। ਜੁੜੇ ਰਹੋ ਰਿਪੋਰਟ ਦੇ ਨਾਲ। ਆਪਣੇ ਦੋਸਤ ਜਸ ਕਰੇ ਪਾਉਂਦੇ ਹੋ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।